ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਥ ਭਾਵਰ ਸਮ੍ਰਿਤ ਗ੍ਰੰਥ ਲਿਖੇ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪਾਂ ਕੱਲ੍ਹ ਦਾ ਭਾਵਰ ਸਮ੍ਰਿਤ ਗ੍ਰੰਥ ਜੋ ਪੰਡਿਤ ਗੁਲਾਬ ਸਿੰਘ ਨਿਰਮਲੇ ਸੰਤ ਮਹਾਂਪੁਰਸ਼ ਜੋ ਚੂਹਣੀਆਂ ਨਗਰ ਦੇ ਹੋਏ ਹਨ, ਅਤੇ ਉਹਨਾਂ ਨੇ ਜੋ ਇੱਕ ਰਿਤ ਭਾਵਰ ਸਮ੍ਰਿਤ ਲਿਖੀ, ਉਸ ਦੀ ਕਥਾ ਵਿਚਾਰ ਆਪਾਂ ਕੱਲ੍ਹ ਪ੍ਰਾਰੰਭ ਕੀਤੀ ਸੀ। ਚੂਹਣੀਆਂ ਨਗਰ ਦੇ ਵਿੱਚ ਬਹੁਤ ਵਿਦਵਾਨ ਹੋਏ ਹੈ। ਸਾਰ ਕਿਤਾਵਲੀ ਦੇ ਕਰਤਾ ਪੰਡਿਤ ਹਰਦਿਆਲ ਜੀ ਵੀ ਉੱਥੋਂ ਦੇ ਹੀ ਹੋਏ ਹਨ। ਜੋ ਪੰਡਿਤ ਬੇਣੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ ਸੀ, ਉਹਨਾਂ ਦੀ ਅੰਸ਼ ਬੰਸ ਵਿੱਚੋਂ ਪੰਡਿਤ ਹਰਦਿਆਲ ਜੀ ਹੋਏ ਹਨ। ਉਹ ਵੀ ਚੂਹਣੀਆਂ ਨਗਰ ਦੇ ਹੀ ਨਿਰਮਲੇ ਸੰਤ ਹੋਏ। ਇੱਧਰ ਜਿਹੜੇ ਹੈ ਪੰਡਿਤ ਗੁਲਾਬ ਸਿੰਘ ਜੀ ਨਿਰਮਲੇ ਸੰਤ, ਪੰਥ ਵਿੱਚ ਬਹੁਤ ਨਿਰਮਲੇ ਸੰਤ ਹੋਏ ਹੈ ਅਤੇ ਅੱਜ ਵੀ ਹਨ। ਪੰਡਿਤ ਤਾਰਾ ਸਿੰਘ ਜੀ ਨਰੋਤਮ, ਪੰਡਿਤ ਨਰਾਇਣ ਸਿੰਘ ਜੀ ਲਾਹੌਰ ਮੁਜੰਗਾ ਵਾਲੇ, ਇਹ ਸਾਰੇ ਨਿਰਮਲੇ ਸੰਤ ਹੋਏ ਹਨ। ਉਹਨਾਂ ਵਿੱਚੋਂ ਚੋਟੀ ਦੇ ਵਿਦਵਾਨ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਹੋਏ ਹੈ, ਜਿਨ੍ਹਾਂ ਦਾ ਆਪਾਂ ਗ੍ਰੰਥ ਕੱਲ੍ਹ ਦਾ ਪ੍ਰਾਰੰਭ ਕੀਤਾ ਹੈ। ਸਭ ਤੋਂ ਪਹਿਲਾਂ ਜਿਹੜਾ ਹੈ ਮੰਗਲ ਕਰਦੇ ਹਨ ਆਪਣੇ ਇਸ਼ਟ ਨੂੰ ਅੱਗੇ ਰੱਖ ਕੇ, ਜੋ ਵੱਡੇ ਸਤਿਗੁਰਾਂ ਦੀ ਵੀ ਮਰਿਆਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਇਸੇ ਤਰ੍ਹਾਂ ਹੀ ਉਸ ਮਰਿਆਦਾ ਨੂੰ ਮੁੱਖ ਰੱਖਦਿਆਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜਦੋਂ ਦਸਮ ਬਾਣੀ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਲਿਖਵਾਈ, ਅਤੇ ਉਹਨਾਂ ਨੇ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸਾਹਿਬ ਦੇ ਵਿੱਚ ਲਿਖਿਆ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਵਿਦਵਾਨ ਉਹ ਕਿਤੇ ਵੀ ਸਿੱਖਿਆ ਲੈਣ, ਫਿਰ ਵੀ ਉਹ ਜੋ ਗੁਰੂ ਘਰ ਆਪਣੇ ਦਾ ਆਛਾ ਹੈ, ਉਸ ਦੇ ਨਾਲ ਚੱਲ ਕੇ ਅਤੇ ਆਪਣਾ ਜਿਹੜਾ ਹੈ ਲਿਖਦੇ ਹਨ, ਮੰਗਲ ਕਰਦੇ ਹਨ। ਪੰਡਿਤ ਗੁਲਾਬ ਸਿੰਘ ਜੀ ਨੇ ਸਭ ਤੋਂ ਪਹਿਲਾਂ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਵਸਤੂ ਦਾ ਅਰਥ ਹੁੰਦਾ ਬ੍ਰਹਮ, ਵਿਆਪਕ ਵਾਹਿਗੁਰੂ। ਨਿਰਦੇਸ਼ ਦਾ ਹੁੰਦਾ ਅਰਥ ਕਥਨ। ਜਿਸ ਮੰਗਲ ਵਿੱਚ ਬ੍ਰਹਮ ਦਾ ਕਥਨ ਕੀਤਾ ਹੈ ਉਹ ਹੈ ਮੰਗਲ। ਬੀਜ ਮੰਤਰ ਮੰਗਲ ਵੀ ਕਹਿੰਦੇ ਹੈ, ਵਸਤੂ ਨਿਰਦੇਸ਼ ਮੰਗਲ ਵੀ ਵਿਦਵਾਨਾਂ ਨੇ ਨਾਮ ਰੱਖਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਵਸਤੂ ਨਿਰਦੇਸ਼ ਮੰਗਲ ਹੈ। ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤ ਸਰੂਪ ਹੈ, ਤ੍ਰੈਕਾਲ ਅਬਾਦਤੰ ਸਤਤੰ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਤਾਂ ਹੋ ਗਿਆ ਨਿਰਗੁਣ ਦਾ ਕਥਨ। ਸਰਗੁਣ ਨਿਰਗੁਣ ਦਾ ਮੰਗਲ ਇਕੱਠਾ ਹੀ ਹੈ। ਇਹ ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਜੋ ਵਾਹਿਗੁਰੂ। ਐਸੇ ਅਕਾਲ ਪੁਰਖ ਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਪ੍ਰਸਾਦ ਕਈ ਕਿਰਪਾ ਦੁਆਰਾ ਹੁੰਦੀ ਹੈ।
ਉਹ ਸਤਿਗੁਰ ਪੂਰੇ ਕਿਹੜੇ ਹੈ। ਸਤਿਗੁਰ ਨਾਨਕ ਪੂਰਾ ਬਚਨਾ ਕਾ ਸੂਰਾ। ਐਸੇ ਸਤਿਗੁਰੂ ਪੂਰੇ ਹੈ। ਸਭ ਤੋਂ ਵੱਡਾ ਜੋ ਸਤਿਗੁਰੂ ਨਾਨਕ ਹੈ, ਉਸ ਸਤਿਗੁਰੂ ਦੀ ਪ੍ਰਸਾਦ ਕੀ ਕਿਰਪਾ ਦੁਆਰਾ ਇੱਕ ਓਂਕਾਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸੰਖੇਪ ਦੇ ਵਿੱਚ ਇਹਦੀ ਵਿਆਖਿਆ ਹੈ, ਇਹਦਾ ਬਹੁਤ ਵਿਸਥਾਰ ਹੈ। ਇਸ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਅਰਥ ਦਾ ਆਪਾਂ ਇੱਥੇ ਜਿਸ ਗ੍ਰੰਥ ਦੀ ਪ੍ਰਾਰੰਭਤਾ ਕੀਤੀ ਹੈ ਉਸ ਦੇ ਮੁਤਾਬਕ ਸੰਖੇਪ ਦੇ ਵਿੱਚ ਇਹਦੀ ਵਿਆਖਿਆ ਕੀਤੀ ਹੈ। ਅਥ ਭਾਵਰ ਸਾਮ੍ਰਿਤ ਗ੍ਰੰਥ ਲਿਖੇ ਅਤੇ ਅਥ ਕਹੀਏ ਹੁਣ। ਅਥ ਦਾ ਵੀ ਬਹੁਤ ਉਂਝ ਵਿਸਥਾਰ ਹੈ ਗ੍ਰੰਥਾਂ ਵਿੱਚ ਲਿਖਿਆ ਹੋਇਆ। ਜੋ ਸਨਾਤਨ ਮਤ ਵਾਲੇ ਹੈ ਉਹਨਾਂ ਨੇ ਇਹ ਖਿਆਲ ਹੈ ਉਹਨਾਂ ਦਾ ਕਿ ਅਥ ਸ਼ਬਦ ਜਦੋਂ ਪਰਮੇਸ਼ਰ ਨੇ ਬ੍ਰਹਮ ਨੇ ਸ੍ਰਿਸ਼ਟੀ ਉਤਪੰਨ ਕੀਤੀ ਤੇ ਦੋ ਸ਼ਬਦ ਉਚਾਰੇ ਹੈ। ਇੱਕ ਤੇ ਉਹ ਕਹਿੰਦੇ ਕਿ ਓਮ ਉਚਾਰਿਆ ਹੈ, ਦੂਜਾ ਕਹਿੰਦੇ ਵੀ ਉਸਨੇ ਅਥ ਸ਼ਬਦ ਉਚਾਰਿਆ ਹੈ ਤੇ ਸ੍ਰਿਸ਼ਟੀ ਪੈਦਾ ਹੋਈ ਹੈ। ਮੁਸਲਮਾਨ ਮੰਨਦੇ ਹੈ ਵੀ ਨਹੀਂ, ਖੁਦਾ ਨੇ ਕੁਨ ਸ਼ਬਦ ਉਚਾਰਿਆ, ਕੁਨ ਦਾ ਅਰਥ ਹੈ ਹੋ ਜਾ, ਅਤੇ ਜਿਸ ਕਰਕੇ 14 ਤਬਕ ਬਣ ਗਏ ਕਿਉਂਕਿ ਉਹਨਾਂ 14 ਲੋਕ ਮੰਨੇ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਓਅੰਕਾਰ ਉਤਪਾਤੀ, ਕਿ ਓਅੰਕਾਰ ਤੋਂ ਸਭ ਕੁਝ ਪੈਦਾ ਹੋਇਆ ਹੈ। ਓਅੰਕਾਰ ਆਦਿ ਕਥਨੀ ਅਨਾਦ, ਪ੍ਰਥਮੈ ਓਅੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋ ਰਹਾ। ਉਹ ਕਹਿੰਦੇ ਓਮ ਕਿਹਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਹੈ ਓਅੰਕਾਰ ਕਿਹਾ ਹੈ। ਓਅੰਕਾਰ ਆਦਿ ਕਥਨੀ ਅਨਾਦ, ਇਹ ਕਥਨੀ ਅਨਾਦੀ ਹੈ, ਬਹੁਤ ਪੁਰਾਤਨ ਹੈ, ਪਰ ਓਅੰਕਾਰ ਕਿਹਾ ਹੈ। ਸੋ ਰਹੋ ਵਿਚਾਰ ਤਾਂ ਉਹ ਸਨਾਤਨ ਮਤ ਦੇ ਮੰਨਦੇ ਹੈ ਵੀ ਇਹ ਬ੍ਰਹਮ ਦੇ ਮੁਖ ਤੋਂ ਪਹਿਲਾਂ ਇਹ ਸ਼ਬਦ ਅਥ ਨਿਕਲਿਆ ਹੈ, ਜਿਸ ਕਰਕੇ ਕੁਝ ਵੀ ਲਿਖਣਾ ਹੈ ਤੇ ਪਹਿਲਾਂ ਅਥ ਲਿਖਣਾ ਹੈ। ਜੇ ਕਥਨ ਕਰਨਾ ਹੈ ਫਿਰ ਵੀ ਅਥ ਕਥਨ ਕਰਨਾ ਹੈ। ਇਹ ਉਹਨਾਂ ਵੱਲੋਂ ਖਿਆਲ ਸੀ, ਇਹ ਕਿਹਾ ਜਾਂਦਾ ਸੀ। ਫਿਰ ਤਬਦੀਲ ਵਿੱਚ ਆ ਗਿਆ ਇਹ ਸ਼ਬਦ ਕਿ ਜਦੋਂ ਵੀ ਕੋਈ ਧਰਮ ਗ੍ਰੰਥ ਲਿਖਿਆ ਜਾਂਦਾ ਹੈ ਅਤੇ ਉਦੋਂ ਅਥ ਲਿਖਿਆ ਜਾਏ। ਤਾਂ ਕਰਕੇ ਕੋਈ ਵੀ ਗ੍ਰੰਥ ਲਿਖਿਆ ਜਾਂਦਾ ਹੈ ਅਤੇ ਉੱਥੇ ਅਥ ਸ਼ਬਦ ਵਰਤਿਆ ਜਾਂਦਾ ਹੈ। ਜਿਵੇਂ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਜਦੋਂ ਵੀ ਆਪਾਂ ਕੁਝ ਲਿਖਦੇ ਹਾਂ ਜਾਂ ਤਾਂ ਲਿਖਾਂਗੇ ਦੇਗ ਤੇਗ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਂ ਆਪਾਂ ਲਿਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੇ ਕੋਈ ਆਪਾਂ ਲਿਖਾਂਗੇ ਧਾਰਮਿਕ ਸੰਬੰਧ ਵਿੱਚ ਕੁਝ ਵੀ ਅਤੇ ਆਪਾਂ ਪਹਿਲਾਂ ਉਹ ਲਿਖਾਂਗੇ ਇੱਕ ਓਂਕਾਰ ਤੋਂ ਹੀ ਆਰੰਭ ਕਰਾਂਗੇ ਜੋ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਹੋਇਆ। ਜੇ ਬੋਲਾਂਗੇ ਤਾਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਆ ਹੈ, ਜਾਂ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਸਨਾਤਨ ਮਤ ਦੇ ਵਿੱਚ ਅਥ ਨੂੰ ਮੁੱਖ ਜੋ ਮੰਗਲ ਦਾ ਸੂਚਕ ਸ਼ਬਦ ਰੱਖਿਆ ਹੈ ਅਤੇ ਗ੍ਰੰਥ ਨੂੰ ਲਿਖਣ ਤੋਂ ਪਹਿਲਾਂ ਅਥ ਜਿਹੜਾ ਸਾਰੇ ਗ੍ਰੰਥਾਂ ਵਿੱਚ ਲਿਖਿਆ ਜਾਂਦਾ ਹੈ। ਅਤੇ ਇਸ ਕਰਕੇ ਅਥ ਦਾ ਉਂਝ ਵਿਸਥਾਰ ਤਾਂ ਬਹੁਤ ਹੈ। ਜਦੋਂ ਆਪਾਂ ਬਚਿੱਤਰ ਨਾਟਕ ਬਾਣੀ ਦੀ ਕਥਾ ਕੀਤੀ ਉੱਥੇ ਅਥ ਦਾ ਵਿਸਥਾਰ ਥੋੜ੍ਹਾ ਹੋਰ ਖੋਲ੍ਹ ਕੇ ਕੀਤਾ ਹੈ। ਸੋ ਰਹੋ ਵਿਚਾਰ ਅਥ ਦਾ ਅਰਥ ਸੰਪਰਦਾਈ ਅਰਥ ਹੁੰਦਾ ਹੈ, ਹੁਣ ਜਾਂ ਉਪਰੰਤ, ਪਸ਼ਚਾਤ, ਪਿੱਛੋਂ, ਇਸ ਤੋਂ ਬਾਅਦ। ਭਾਵ ਉੱਪਰ ਲਿਖਿਆ ਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਭਾਵ ਹੁਣ
ਬੀਜ ਮੰਤਰ ਮੰਗਲ ਤੋਂ ਆਥ ਕਹੀਏ ਪਸ਼ਚਾਤ, ਪਿੱਛੋਂ ਉਪਰੰਤ, ਜਾਂ ਸਿੱਧਾ ਸਮਝ ਲੈਣਾ ਆਥ ਕਹੀਏ ਹੁਣ। ਹੁਣ ਅਸੀਂ ਭਾਵਰ ਸਾਮ੍ਰਿਤ ਗ੍ਰੰਥ ਲਿਖਦੇ ਹਾਂ। ਇਹਦਾ ਟੀਕਾ ਇਹ ਹੈ, ਭਾਵ ਨਾਮ ਹੁੰਦਾ ਹੈ ਪ੍ਰੇਮ ਦਾ, ਅਤੇ ਰਸ ਦਾ ਅਰਥ ਰਾਸੀ, ਅਤੇ ਜਿਹੜਾ ਕੰਨਾ ਉਹਦੇ ਵਿੱਚੋਂ ਐੜਾ ਨਿਕਲ ਜਾਣਾ, ਜਿਹੜੀ ਬਿੰਦੀ ਲੱਗੀ ਉਹ ਟਿੱਪੀ ਬਣ ਜਾਣੀ ਹੈ ਅੰਮ੍ਰਿਤ, ਭਾਵ ਰਸ ਅੰਮ੍ਰਿਤ। ਅਤੇ ਭਾਵ ਤੋਂ ਅਰਥ ਲੈਣਾ ਪ੍ਰੇਮ। ਜੋ ਪ੍ਰੇਮ ਦੇ ਰਸ ਵਾਲੇ ਅੰਮ੍ਰਿਤ ਹੈ, ਇਸ ਨੂੰ ਪ੍ਰਗਟ ਕਰਨ ਵਾਲਾ ਗ੍ਰੰਥ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਹੁਣ ਅਸੀਂ ਲਿਖਦੇ ਹਾਂ। ਜਾਂ ਵੀ ਪ੍ਰੇਮ ਦੇ ਰਸ ਵਾਲੇ ਜਿਹੜੇ ਅੰਮ੍ਰਿਤ ਰੂਪੀ ਬਚਨ ਹੈ, ਅਤੇ ਜਿਹੜੇ ਇਹ ਪ੍ਰੇਮ ਦੇ ਰਸ ਵਾਲੇ ਅੰਮ੍ਰਿਤ ਰੂਪੀ ਬਚਨ ਜਿਸ ਗ੍ਰੰਥ ਵਿੱਚ ਰੱਖੇ ਹੈ, ਉਹ ਅਸੀਂ ਲਿਖੇ ਅਤੇ ਕਹੀਏ ਲਿਖਦੇ ਹਾਂ। ਭਾਵ ਦਾ ਅਰਥ ਵੀ ਪ੍ਰੇਮ, ਭਾਵ ਦਾ ਅਰਥ ਵੀ ਪ੍ਰੇਮ। ਗੁਰਬਾਣੀ ਵਿੱਚ ਵੀ ਆਉਂਦਾ ਹੈ, ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਿ ਸਾਧ ਸੰਗਤ ਤੋਂ ਬਿਨਾਂ ਭਾਵ ਕਹੀਏ ਪ੍ਰੇਮ ਨਹੀਂ ਪੈਦਾ ਹੁੰਦਾ, ਅਤੇ ਭਾਵ ਬਿਨ, ਭਾਵ ਪ੍ਰੇਮ ਬਿਨ ਭਗਤ ਨਾ ਹੋਏ ਤੇਰੀ, ਤੇਰੀ ਭਗਤੀ ਨਹੀਂ ਹੋ ਸਕਦੀ ਪ੍ਰੇਮ ਤੋਂ ਬਿਨਾਂ। ਪ੍ਰੇਮ ਹੋਣਾ ਬਹੁਤ ਜ਼ਰੂਰੀ ਹੈ ਪਰਮਾਰਥ ਦੇ ਮਾਰਗ ਵਿੱਚ। ਅਤੇ ਉਹ ਪ੍ਰੇਮ ਕਿਹਨਾਂ ਅੰਦਰ ਪੈਦਾ ਹੁੰਦਾ ਹੈ? ਗੁਰੂ ਸਾਹਿਬ ਕਹਿੰਦੇ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਅੰਦਰ ਭਾਉ ਹੈ ਨਾ ਰੱਬ ਦਾ, ਉਹਨਾਂ ਅੰਦਰ ਹੀ ਉਹ ਪ੍ਰੇਮ ਪੈਦਾ ਹੁੰਦਾ। ਇਸ ਕਰਕੇ ਭੈ ਹੋਣਾ ਬਹੁਤ ਜ਼ਰੂਰੀ ਹੈ ਪ੍ਰੇਮ ਨੂੰ ਪ੍ਰਾਪਤ ਕਰਨ ਲਈ। ਅਤੇ ਉਹ ਪਰਮੇਸ਼ਰ ਹੈ ਹੀ ਪ੍ਰੇਮ ਰੂਪ, ਜਿਹਨੂੰ ਪ੍ਰਾਪਤ ਕਰਨਾ ਹੈ। ਇਸ ਕਰਕੇ ਇਹ 9 ਰਸ ਹੈ ਉਂਝ ਤੇ 9 ਰਸਾਂ ਵਿੱਚੋਂ ਸਭ ਤੋਂ ਜਿਹੜਾ ਰਸ ਮਹਾਨ ਹੈ ਉਹ ਹੈ ਪ੍ਰੇਮ ਰਸ। ਉਂਝ ਤੇ ਰਸ ਹਰ ਇੱਕ ਚੀਜ਼ ਵਿੱਚ ਹੀ ਰਸ ਹੈ। ਜਿਹੜਾ ਕੋਈ ਕੰਮ ਕਰਦਾ ਆਪਣਾ, ਉਹਨੂੰ ਆਪਣੇ ਕੰਮ 'ਚ ਰਸ ਹੈ। ਵਿਸ਼ਈਆਂ ਨੂੰ ਆਪਣੇ ਵਿਸ਼ੇ ਭੋਗਾਂ 'ਚ ਰਸ ਹੈ। ਕਈਆਂ ਨੂੰ ਦੁਨਿਆਵੀ ਪ੍ਰੇਮਾਂ ਵਿੱਚ ਰਸ ਹੈ। ਜ਼ਿਮੀਂਦਾਰ ਨੂੰ ਖੇਤੀ ਕਰਨ ਵਿੱਚ ਰਸ ਹੈ। ਨੌਕਰੀ ਵਾਲੇ ਨੂੰ ਨੌਕਰੀ ਕਰਨ ਵਿੱਚ ਰਸ ਹੈ। ਪਰ ਸਭ ਤੋਂ ਉੱਪਰ ਹੈ ਪ੍ਰੇਮ ਦੀ ਕਥਾ। ਉਹ ਪ੍ਰੇਮ ਰਸ ਰੂਪੀ ਜਿਹੜਾ ਅੰਮ੍ਰਿਤ ਹੈ, ਇਸ ਨੂੰ ਪ੍ਰਗਟ ਕਰਨ ਵਾਲਾ ਗ੍ਰੰਥ ਲਿਖਦੇ ਹਾਂ। ਅਤੇ ਉਹ ਪ੍ਰੇਮ ਰਸ ਪੈਦਾ ਕਿੱਥੋਂ ਹੋਣਾ? ਭਾਉ ਤੋਂ। ਇਸ ਕਰਕੇ ਗ੍ਰੰਥ ਵਿੱਚ ਜੀਵਨ ਜਾਂਚ ਦੱਸਦੇ ਹੋਏ, ਪਰਮੇਸ਼ਰ ਦਾ ਭਾਉ ਪ੍ਰਗਟ ਕਰਦੇ ਹੋਏ ਪ੍ਰੇਮ ਰਸ ਅੰਮ੍ਰਿਤ ਪ੍ਰਗਟ ਕਰਦਾ ਇਹ ਗ੍ਰੰਥ। ਐਸਾ ਗ੍ਰੰਥ ਕਹਿੰਦੇ ਅਸੀਂ ਲਿਖਦੇ ਹਾਂ। ਜਿਵੇਂ ਇਹਦਾ ਵਿਸਥਾਰ ਕਰਨਾ ਹੋਵੇ ਤਾਂ ਹੋਰ ਵੀ ਬਹੁਤ ਹੋ ਜਾਂਦਾ ਹੈ, ਪਰ ਸਮਝ ਮੁਤਾਬਕ ਇੰਨਾ ਹੀ ਬਹੁਤ ਹੈ ਕਿ ਆਥ ਦਾ ਅਰਥ ਟੀਕੇ ਕਰਕੇ ਕਿ ਆਥ ਹੁਣ ਭਾਵ ਕਹੀਏ ਪ੍ਰੇਮ ਰਸ ਦਾ ਜਿਹੜਾ ਪ੍ਰੇਮ ਰਸ ਰੂਪੀ ਅੰਮ੍ਰਿਤ ਹੈ, ਉਸ ਨੂੰ ਪ੍ਰਗਟ ਕਰਨ ਵਾਲਾ ਗ੍ਰੰਥ ਲਿਖਦੇ ਹਾਂ। ਜਾਂ ਵੀ ਆਥ ਹੁਣ ਜਿਹੜੇ ਭਾਵ ਕਹੀਏ ਪ੍ਰੇਮ ਦੇ ਰਸ ਰੂਪੀ ਅੰਮ੍ਰਿਤ ਰੂਪੀ ਬਚਨ ਹਨ, ਜਿਸ ਗ੍ਰੰਥ ਵਿੱਚ ਉਹ ਗ੍ਰੰਥ ਅਸੀਂ ਲਿਖਦੇ ਹਾਂ। ਅੱਗੇ ਕਵੀ ਸਾਹਿਬ ਜੀ ਜਿਹੜਾ ਹੈ ਗ੍ਰੰਥ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸ਼੍ਰੀ ਰਾਮ ਚੰਦਰ ਭਗਵਾਨ ਜੀ ਦੇ ਚਰਨਾਂ ਦਾ ਮੰਗਲ ਕਰਦੇ ਹੈ। ਕਿਉਂਕਿ ਕਾਂਸ਼ੀ ਵਿੱਚ ਪੰਡਿਤ ਗੁਲਾਬ ਸਿੰਘ ਜੀ ਪੜ੍ਹੇ ਹੈ, ਅਤੇ ਜਿਹੜੇ ਪੰਡਿਤ ਕੋ ਪੜ੍ਹੇ ਹੈ ਉਹ ਸ਼੍ਰੀ ਰਾਮ ਚੰਦਰ ਜੀ ਦਾ ਉਪਾਸਕ ਸੀ। ਕਿਉਂਕਿ ਕਾਂਸ਼ੀ ਵਿੱਚ ਪੜ੍ਹਨਾ ਉੱਥੇ ਤਾਂ ਸਨਾਤਨ ਮੱਤ ਦਾ ਹੀ ਹੈ ਨਾ ਜਿਹੜਾ ਪ੍ਰਚਾਰ।
ਜੋ ਵਿਦਿਆ ਗੁਰੂ ਜਿਸ ਗੁਰੂ ਨੂੰ ਮੰਨਦੇ ਆ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਵਿਦਿਆ ਗੁਰੂ ਦੇ ਪ੍ਰੇਮ ਵਿੱਚ ਭੇਜੇ ਹੋਏ ਮੰਗਲ ਸ਼੍ਰੀ ਰਾਮਚੰਦਰ ਭਗਵਾਨ ਜੀ ਦਾ ਕਰ ਰਹੇ ਹਨ। ਸਵਈਆ ਸੇਤੁ ਕਰੇ ਜਿਨ ਸਾਗਰ ਪੈ, ਇੱਥੇ ਸੇਤੂ ਤੱਤੇ ਔਂਕੜ ਲਾ ਕੇ ਪੜ੍ਹਨਾ ਹੈ। ਸੇਤੁ ਸੇਤ ਹੁੰਦਾ ਹੈ ਪੁੱਲ। ਪਹਿਲਾਂ ਪਦ ਅਰਥ ਕਰ ਲਵਾਂਗੇ, ਫਿਰ ਆਪਾਂ ਸਿੱਧੇ ਅਰਥ ਕਰ ਲਵਾਂਗੇ। ਸੇਤੂ ਕਹੀਏ ਪੁੱਲ, ਕਰੇ ਕਹੀਏ ਕੀਤੇ, ਜਿਨ ਕਹੀਏ ਜਿਸ ਰਾਮਚੰਦਰ ਜੀ ਨੇ ਸਾਗਰ ਸਮੁੰਦਰ ਪੈ ਉੱਪਰ। ਸਭ ਸਾਰੇ ਦੇਵਨ ਦੇਵਤੇ ਕੇ ਦਾ ਅਰਥ ਦੇ ਦੁੱਖ ਦੂਰ ਮਿਟਾਏ, ਮਿਟਾਏ ਦਾ ਅਰਥ ਨਾਸ ਕਰ ਦਿੱਤੇ। ਕਹਿੰਦੇ ਹਨ ਸੇਤ ਕਰੇ ਜਿਨ ਸਾਗਰ ਪੇ, ਜਿਸ ਰਾਮਚੰਦਰ ਜੀ ਨੇ ਲੰਕਾ ਨੂੰ ਜਾਣ ਵੇਲੇ ਜਿਹੜੇ ਸਮੁੰਦਰ ਦੇ ਉੱਪਰ ਵੱਡੇ ਵੱਡੇ ਜਿਹੜੇ ਹੈ ਪੱਥਰਾਂ ਦੇ ਪੁੱਲ ਬਣਾਉਣਾ ਕੀਤੇ ਅਤੇ ਸਭ ਦੇਵਨ ਕੇ ਦੁੱਖ ਦੂਰ ਮਿਟਾਏ। ਸਭ ਕਹੀਏ ਸਾਰੇ ਦੇਵਤਿਆਂ ਦੇ ਦੁੱਖ ਜਿਹੜੇ ਦੂਰ ਕਰਕੇ ਮਿਟਾਏ ਕਹੀਏ ਨਾਸ ਕਰ ਦਿੱਤੇ ਸਨ, ਕਿਉਂਕਿ ਰਾਵਣ ਨੇ ਬਹੁਤ ਵੱਡੇ ਵੱਡੇ ਦੇਵਤੇ ਕੈਦ ਕੀਤੇ ਸੀ। ਉਹਨਾਂ ਕੋਲੋਂ ਕੰਮ ਕਰਾਉਂਦਾ ਏ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਕਾਲ ਨੂੰ ਜਿੰਨੇ ਪਾਵੇ ਨਾ ਬੰਨਿਆ, ਸੂਰਜ ਚੰਦਰਮਾ ਜੀ ਦੇ ਰਸੋਈ ਤਪਾਉਂਦੇ, ਪਾਵੇ ਦਾ ਭੋਜਨ ਤਿਆਰ ਕਰਦੇ। ਬੈਸੰਤਰ ਜੀ ਦੇ ਕੱਪੜੇ ਧੋਂਦੀ। ਇਸ ਤਰ੍ਹਾਂ ਜਿਹਨੇ ਵੱਡੇ ਵੱਡੇ ਦੇਵਤੇ ਕੈਦ ਕੀਤੇ ਸੀ। ਇੰਦਰ ਵਰਗੇ ਦੇ ਮਾਲੀ ਦਸਮ ਗ੍ਰੰਥ ਸਾਹਿਬ ਵਿੱਚ ਮਹਾਰਾਜ ਰਾਮ ਅਵਤਾਰ ਵਿੱਚ ਲਿਖਦੇ ਹੈ, ਚੌਰ ਚੰਦਰੰ ਕਰੰ ਛਤਰ ਸੂਰੰ ਧਰੰ, ਵੇਦ ਬ੍ਰਹਮਾ ਰਰੰ ਦੁਆਰ ਮੇਰੇ। ਭਾਵ ਚੰਦਰਮਾ ਜਿਹੜਾ ਜਿਸ ਰਾਵਣ ਨੂੰ ਚੌਰ ਕਰਦਾ ਸੀ, ਤੇ ਛਤਰ ਸੂਰਜ ਜਿਹੜਾ ਛਤਰ ਉੱਪਰ ਇਹਦੇ ਸੀਸ 'ਤੇ ਧਾਰਦਾ ਸੀ, ਰੱਖਦਾ ਸੀ। ਵੇਦ ਜੀ ਦੀ ਹਜ਼ੂਰੀ ਦੇ ਵਿੱਚ ਬ੍ਰਹਮਾ ਜਿਹੜਾ ਆਪਣੇ ਮੁਖ ਤੋਂ ਉਚਾਰਦਾ ਸੀ, ਪਾਕ ਪਾਵਕ ਕਰੰ ਨੀਰ ਵਰਣੰ ਭਰੰ। ਪਾਵਕ ਕਹੀਦਾ ਹੈ ਅੱਗ ਨੂੰ, ਪਾਵ ਨਾਮ ਪਵਿੱਤਰਤਾ ਹੁੰਦਾ, ਕਾ ਨਾਮ ਕਰਨ ਵਾਲੀ, ਉਹ ਕੀ ਅਗਨੀ। ਉਹ ਜਿਹੜੀ ਅਗਨੀ ਹੈ ਉਹ ਪਾਕ ਕਹੀਏ ਰਸੋਈ ਤਿਆਰ ਕਰਦੀ ਸੀ ਜਿਸ ਰਾਵਣ ਦੀ। ਤੇ ਵਰਣੰ ਜਿਹੜਾ ਵਰਣ ਦੇਵਤਾ ਜਿਹਨੂੰ ਮੁਸਲਮਾਨ ਖਵਾਜਾ ਪੀਰ ਕਹਿੰਦੇ ਹੈ, ਤੋ ਜਿਸ ਦਾ ਪਾਣੀ ਭਰਦਾ ਸੀ ਰਾਵਣ ਦਾ। ਜਛ ਵਿਦਿਆ ਧਰੰ ਕੀਨ ਚੇਰੇ, ਜਿਸ ਰਾਵਣ ਨੇ ਕੁਬੇਰ ਦੇ ਸੇਵਕ ਜਿਹੜੇ ਜਛ ਵਿਦਿਆ ਧਰ, ਇਹ ਵੀ ਦੇਵਤਿਆਂ ਦੀ ਇੱਕ ਕਿਸਮ ਹੈ। ਇਹ ਜਿਹਨੇ ਚੇਲੇ ਕੀਤੇ ਹੋਏ ਸੀ ਰਾਵਣ ਨੇ, ਉਹ ਰਾਵਣ। ਐਸੇ ਜਿਹੜੇ ਵੱਡੇ ਵੱਡੇ ਦੇਵਤੇ ਇੰਦਰ ਵਰਗੇ ਮਾਲੀ, ਜਮ ਵਰਗੇ ਕਾਲ ਨਾਲ ਬੰਨੇ ਹੋਏ ਸਨ, ਕੈਦ ਵਿੱਚ ਰੱਖੇ ਹੋਏ ਸਨ, ਉਹ ਸ਼੍ਰੀ ਰਾਮਚੰਦਰ ਭਗਵਾਨ ਜੀ ਨੇ ਸਾਰੇ ਆਜ਼ਾਦ ਕਰ ਦਿੱਤੇ, ਸਾਰੇ ਛੁਡਾ ਦਿੱਤਾ। ਇਸ ਤਰ੍ਹਾਂ ਫਿਰ ਸਮਝ ਲੈਣਾ, ਸੇਤੁ ਕਰੇ ਜਿਨ ਸਾਗਰ ਪੈ, ਜਿਸ ਰਾਮਚੰਦਰ ਜੀ ਨੇ ਸੇਤ ਕਹੀਏ ਪੁੱਲ ਦੇ ਸੇਤ ਕਹੀਏ ਪੁੱਲ, ਸਾਗਰ ਕਹੀਏ ਸਮੁੰਦਰ, ਸਮੁੰਦਰ ਉੱਪਰ ਜਿਸ ਰਾਮਚੰਦਰ ਜੀ ਨੇ ਪੁੱਲ ਬਣਾਉਣਾ ਕੀਤਾ ਲੰਕਾ ਨੂੰ ਜਾਣ ਵਾਸਤੇ, ਤੇ ਸਾਰੇ ਦੇਵਤਿਆਂ ਦੇ ਦੁੱਖ ਜਿਹੜੇ ਦੂਰ ਮਿਟਾਏ।
ਕਿਉਂਕਿ ਰਾਵਣ ਹੈ ਹੀ ਬਹੁਤ ਬਲੀ ਸੀ। ਇਹ ਬ੍ਰਾਹਮਣ ਸੀ ਉਂਝੇ। 4 ਵੇਦ, ਉਪਵੇਦ, ਧਨੁਰਵੇਦ, ਅਥਰਵ ਵੇਦ ਇਹ ਸਾਰੇ ਹੀ ਜਾਣਦਾ ਸੀ। ਸ਼ਿਲਪ ਵੇਦ, ਆਯੁਰਵੇਦ, ਉਪਵੇਦ ਅਤੇ ਸ਼ਾਮ, ਰਿਗ, ਜਜਰ, ਅਥਰਵਣ ਸਭ ਇਹ ਪੜ੍ਹਿਆ ਹੋਇਆ ਸੀ। ਅਤੇ ਲੰਕਾਪਤੀ ਬਣਿਆ ਕਿਉਂਕਿ ਇੱਕ ਇਸ ਤਰ੍ਹਾਂ ਦੱਸਿਆ ਜਾਂਦਾ ਕਿ ਪਾਰਬਤੀ ਨੇ ਸ਼ਿਵ ਜੀ ਨੂੰ ਕਿਹਾ ਸੀ ਵੀ ਵੇਖੋ ਮਹਾਰਾਜ, ਆਪਾਂ ਵੀ ਕੋਈ ਪੁਰੀ ਬਣਾਈਏ, ਆਪਾਂ ਮੜੀਆਂ ਮਸਾਣਾ 'ਚ ਹੀ ਰਹਿ ਕੇ ਗੁਜ਼ਾਰਾ ਕਰਦੇ ਹਾਂ, ਅਤੇ ਆਪਾਂ ਮਾਤ ਲੋਕ 'ਤੇ ਅੱਜ ਲੰਕਾ ਹੀ ਇੱਕ ਵਧੀਆ ਸੋਹਣਾ ਪੁਰੀ ਬਣਾਈਏ। ਅਤੇ ਸ਼ਿਵ ਜੀ ਕਹਿਣ ਲੱਗੇ ਵੀ ਦੇਖ ਪਾਰਬਤੀ, ਉਹ ਰਹਿਣੀ ਤਾਂ ਕੋਈ ਹੈ ਨਹੀਂ ਆਪਣੇ ਕੋਲ। ਪਰ ਉਹ ਇਸਤਰੀ ਹੱਠ ਮੰਨੀ ਨਾ। ਪਾਰਬਤੀ ਕਹਿੰਦੀ ਨਹੀਂ ਬਣਾਓ ਤੁਸੀਂ। ਉਹ ਸੋਨੇ ਦੀ ਲੰਕਾ ਬਣਾਈ। ਫਿਰ ਇਹਨੇ ਰਾਵਣ ਨੇ ਜਿਹੜਾ ਸੀ, ਰਾਵਣ ਪਾਸੋਂ ਇਹ ਰਾਵਣ ਸ਼ਿਵ ਜੀ ਦਾ ਉਪਾਸਕ ਸੀ। ਜਦੋਂ ਇਹਦੇ ਪਾਸੋਂ ਵੇਦ ਦਾ ਪਾਠ ਸੁਣਿਆ ਹੈ, ਸ਼ਿਵ ਜੀ ਨੇ ਬੜਾ ਪ੍ਰਸੰਨ ਹੋਇਆ। ਕਹਿੰਦਾ ਵੀ ਮੰਗੋ ਜੋ ਮੰਗਦੇ ਵਰ। ਉਸ ਵੇਲੇ ਕਹਿੰਦੇ ਰਾਵਣ ਨੇ ਇਹ ਲੰਕਾਪੁਰੀ ਮੰਗ ਲਈ ਸੀ, ਮੈਨੂੰ ਲੰਕਾ ਹੀ ਦੇ ਦਿਓ ਸੋਨੇ ਦੀ ਸਾਰੀ। ਜਿਸ ਕਰਕੇ ਲੰਕਾਪਤੀ ਬਣ ਗਿਆ। ਫਿਰ ਰਾਵਣ ਰਾਜ ਨੇ ਚਲਾ ਦਿੱਤਾ, ਦੇਵਤਿਆਂ ਦੇ ਨੱਕ 'ਤੇ ਦਮ ਕਰ ਦਿੱਤਾ। ਇਸ ਤਰ੍ਹਾਂ ਸ਼ਿਵ ਜੀ ਹੁਣ ਉੱਦਾਂ ਰਹਿ ਗਏ, ਲੰਕਾਪਤੀ ਬਣ ਗਿਆ ਸੀ ਅਤੇ ਦੇਵਤਿਆਂ ਨੂੰ ਦੁੱਖ ਦਿੰਦਾ। ਅਤੇ ਉਹ ਦੇਵਤਿਆਂ ਦੇ ਦੁੱਖ ਦੂਰ ਮਿਟਾਏ, ਸਾਰੇ ਦੁੱਖ ਨਾਸ ਕਰ ਦਿੱਤੇ। ਵੱਡੇ ਵੱਡੇ ਦੇਵਤੇ ਜਿਹੜੇ ਕੈਦ ਕੀਤੇ ਸਨ ਅਤੇ ਉਹਨਾਂ ਕੋਲ ਨੌਕਰੀਆਂ ਕਰਵਾਉਂਦਾ ਸੀ, ਆਪਣੇ ਕੰਮ ਕਰਾਉਂਦਾ ਸੀ। ਉਹਨਾਂ ਤੋਂ ਜਿਹੜੇ ਬੜੇ ਧੱਕੇਸ਼ਾਹੀਆਂ ਕਰਦਾ ਸੀ, ਉਹਨਾਂ ਤੋਂ ਰਾਵਣ ਤੋਂ ਜਿਹੜਾ ਹੈ ਹਟਾਇਆ, ਰਾਵਣ ਦਾ ਨਾਸ਼ ਕੀਤਾ ਅਤੇ ਦੇਵਤਿਆਂ ਨੂੰ ਸੁੱਖਾਂ ਦਾ ਪ੍ਰਕਾਸ਼ ਕੀਤਾ ਸੀ ਰਾਮ ਜੀ ਨੇ। ਸੇਤ ਕਰੇ ਜਿਨ ਸਾਗਰ ਪੈ, ਜਿਸ ਰਾਮ ਚੰਦਰ ਜੀ ਨੇ ਸਮੁੰਦਰ ਦੇ ਉੱਪਰ ਸੇਤੂ ਕਹੀਏ ਪੁੱਲ ਬਣਾਉਣਾ ਕੀਤੇ ਲੰਕਾ ਨੂੰ ਜਾਣ ਵਾਸਤੇ ਲੰਗੂਰਾਂ ਬਾਂਦਰਾਂ ਦੇ ਰਾਹੀਂ, ਅਤੇ ਸਾਰੇ ਦੇਵਤਿਆਂ ਦੇ ਦੁੱਖ ਦੂਰ ਮਿਟਾਏ। ਐਸੇ ਰਾਵਣ ਨੂੰ ਮਾਰ ਕੇ ਅਤੇ ਸਾਰੇ ਦੇਵਤਿਆਂ ਦੇ ਦੁੱਖ ਜਿਹੜੇ ਦੂਰ ਕਰਕੇ ਮਿਟਾਏ ਕਹੀਏ ਨਾਸ ਕਰ ਦਿੱਤੇ ਸਨ। ਰਾਵਣ ਕੇ 10 ਸੀਸ ਕੱਟੇ, ਅਤੇ ਰਾਵਣ ਨਾਲ ਯੁੱਧ ਕੀਤਾ। ਯੁੱਧ ਕਰਕੇ ਇਹਦੇ 10 ਸੀਸ ਕੱਟੇ, 10 ਸਿਰ ਕੱਟ ਦਿੱਤੇ। ਕਿਉਂਕਿ ਇਹਨੇ 10 ਸਿਰ ਆਪਣੇ ਸ਼ਿਵ ਜੀ ਗੁਰੂ ਨੂੰ ਭੇਟ ਕੀਤੇ ਸਨ। ਗੁਰਬਾਣੀ ਵਿੱਚ ਵੀ ਆਉਂਦਾ, ਸੰਮਨ ਜੋ ਇਸ ਪ੍ਰੇਮ ਕੀ ਦਮ ਕਹਿ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਇਹ ਗੁਰਬਾਣੀ ਦਾ ਪ੍ਰਮਾਣ ਹੈ। ਇਹ ਨਹੀਂ ਸੋਚ ਲੈਣਾ ਕਿ 10 ਸਿਰ ਕਿਹਦਾ ਹੈਗੇ ਕਿ ਨਹੀਂ ਹੈਗੇ। ਮਹਾਰਾਜ ਕਹਿੰਦੇ ਜਿਸ ਨੇ 10 ਸਿਰ ਕੱਟ ਕੇ ਆਪਣੇ ਦਿੱਤੇ ਗੁਰੂ ਨੂੰ, ਕਿਉਂਕਿ ਧਨੁਰਵੇਦ ਪੜ੍ਹਿਆ ਹੋਇਆ ਸੀ, ਮੰਤਰ ਇਹ ਸਾਰੇ ਜਾਣਦਾ ਸੀ ਰਾਵਣ। ਰਾਵਣ ਦੀ ਗੱਲ ਕੀ ਕਹਿਣੀ ਹੈ। ਮਹਾਰਾਜ ਕਹਿੰਦੇ ਰਾਵਣ ਸੇ ਮਹਿ ਰਾਵਣ ਸੇ ਕਟਕਾਨੋ ਸੇ। ਜੋ ਮਹਿ ਰਾਵਣ, ਕੋਈ ਕਹਿੰਦਾ ਵੀ ਰਾਮ ਦਾ ਪੁੱਤਰ ਸੀ ਜੋ ਪਤਾਲ ਵਿੱਚ ਰਹਿੰਦਾ, ਕਈ ਕਹਿੰਦੇ ਵੀ ਇਹਨਾਂ ਦੀ ਮਾਸੀ ਦਾ ਪੁੱਤਰ ਸੀ ਰਾਵਣ ਦੀ। ਉਹਦਾ 2000 ਬਾਹਾਂ ਅਤੇ 1000 ਸਿਰ ਸੀ ਮਹਿ ਰਾਵਣ ਦਾ। ਅਤੇ ਰਾਵਣ ਦੇ 10 ਸੀਸ ਹੋਣੇ ਸੁਭਾਵਿਕ ਹੀ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ। ਅਤੇ ਰਾਵਣ ਦੇ ਨਾਲ ਯੁੱਧ ਕੀਤਾ ਸ਼੍ਰੀ ਰਾਮ ਚੰਦਰ ਜੀ ਨੇ। 10 ਸੀਸ ਕੱਟੇ, 10 ਸਿਰ ਕੱਟ ਦਿੱਤੇ। ਸੋ ਵਿਭੀਖਣ ਕੇ ਸਿਰ ਛਤਰ ਫਿਰਾਏ। ਅਤੇ ਵਿਭੀਖਣ ਜੋ ਰਾਵਣ ਦਾ ਭਰਾ ਸੀ, ਉਹਦੇ ਸਿਰ ਉੱਪਰ ਛਤਰ ਫਿਰਾਏ। ਲੰਕਾ ਦਾ ਰਾਜ ਤਖਤ ਦਾ ਛਤਰ, ਰਾਜ ਭਾਗ ਦਾ ਛਤਰ ਫਿਰਾ ਦਿੱਤਾ। ਫਿਰਾਏ ਕਹੀਏ ਫਿਰਾ ਦਿੱਤਾ, ਝੁਲਾ ਦਿੱਤਾ। ਗੌਤਮ ਨਾਰ ਉਧਾਰ ਕਰੀ। ਫਿਰ ਰਾਮ ਚੰਦਰ ਜੀ ਦੀ ਵਡਿਆਈ ਕਰਦੇ ਹੋਏ ਕਵੀ ਜੀ ਹੋਰ ਵੀ ਦੱਸ ਰਹੇ ਆ ਕਿ ਵੇਖੋ ਵਿਭੀਖਣ ਦੇ ਸਿਰ 'ਤੇ ਛਤਰ ਫਿਰਾ ਦਿੱਤਾ, ਰਾਵਣ ਦੇ ਸਿਰ ਕੱਟ ਕੇ ਉਹਦਾ ਵੱਧ ਕੀਤਾ,
ਦੇਵਤਿਆਂ ਨੂੰ ਸੁਖ ਦਿੱਤਾ, ਦੁੱਖ ਦੂਰ ਮਿਟਾਏ, ਗੌਤਮ ਨਾਰ ਉਧਾਰ ਕਰੀ। ਗੌਤਮ ਜੋ ਰਿਸ਼ੀ ਸੀ ਅਤੇ ਨਾਲ ਉਹਦੀ ਇਸਤਰੀ ਜਿਹੜੀ ਅਹਿਲਿਆ, ਜਿਹੜੀ ਪੱਥਰ ਬਣੀ ਪਈ ਸੀ ਸ਼ਰਾਬ ਕਰਕੇ, ਉਧਾਰ ਕਰੀ, ਉਸ ਦਾ ਉਧਾਰ ਕੀਤਾ, ਪਾਰ ਉਤਾਰਾ ਕੀਤਾ। ਮਿਥਲਾ ਪਤ ਕੇ ਜਿਨ ਭਉਨ ਸੁਹਾਏ, ਮਿਥਲਾਪੁਰੀ ਦਾ ਪਤ ਮਾਲਕ ਉਹ ਕੀ ਸੀ? ਜਨਕ ਰਾਜਾ। ਮਿਥਲਾਪੁਰੀ ਸੀ ਅਤੇ ਪਤ ਕਹੀਏ ਉਹਦਾ ਮਾਲਕ ਉਹ ਕੀ ਸੀ? ਮਿਥਲਾਪਤ ਜਨਕ ਰਾਜਾ। ਅਤੇ ਰਾਜੇ ਜਨਕ ਦੇ ਜਿਨ ਭਉਨ ਸੁਹਾਏ, ਜਿਨ ਦਾ ਅਰਥ ਜਿਸ ਰਾਮ ਚੰਦਰ ਜੀ ਨੇ ਭਉਨ ਕਹੀਏ ਘਰ, ਸੁਹਾਏ ਕਹੀਏ ਸੋਭਨੀਕ ਬਣਾਏ। ਉਹ ਕਿਵੇਂ ਸੋਭਨੀਕ ਬਣਾਏ ਸੀ ਅਤੇ ਗੌਤਮ ਰਿਸ਼ੀ ਦੀ ਘਰਵਾਲੀ ਦਾ ਕਿਵੇਂ ਉਧਾਰ ਕੀਤਾ, ਇਹ ਸਾਖੀ ਗੁਰਬਾਣੀ ਵਿੱਚ ਵੀ ਆਉਂਦੀ ਹੈ। ਉੱਥੇ ਪੂਰੀ ਸਾਖੀ ਲੱਗਦੀ ਜਿੱਥੇ ਬਚਨ ਆਉਂਦਾ ਹੈ, ਸਹੰਸਰ ਦਾਨ ਦੇ ਇੰਦਰ ਰੁਆਇਆ। ਉਹ ਇਵੇਂ ਸਾਖੀ ਹੈ ਕਿ ਜਿਹੜੀ ਗੌਤਮ ਨਾਰ, ਗੌਤਮ ਰਿਸ਼ੀ ਦੀ ਨਾਰ ਕਈ ਘਰਵਾਲੀ ਸੀ, ਉਹਦਾ ਨਾਮ ਸੀ ਅਹਿਲਿਆ, ਜੋ ਬਹੁਤ ਹੀ ਸੁੰਦਰ ਰੂਪ ਵਾਲੀ। ਇਹਦੇ ਸੁੰਦਰ ਸਰੂਪ ਦੀ ਸਾਰੇ ਦੇਵਤਿਆਂ ਵਿੱਚ ਗੱਲ ਚੱਲਦੀ ਰਹਿੰਦੀ। ਇੱਕ ਦਿਨ ਚੰਦਰਮਾ ਦੇ ਕੋਲੋਂ ਇੰਦਰ ਨੇ ਗੌਤਮ ਰਿਸ਼ੀ ਦੀ ਇਸਤਰੀ ਅਹਿਲਿਆ ਬਾਰੇ ਸੁਣਿਆ। ਗੌਤਮ ਰਿਸ਼ੀ ਦੀ ਇਸਤਰੀ ਵਰਗਾ ਦੁਨੀਆ ਵਿੱਚ ਹੋਰ ਕਿਸੇ ਦਾ ਰੂਪ ਨਹੀਂ ਹੈ। ਇਹ ਅਹਿਲਿਆ ਦੀ ਸਿਫਤ ਸੁਣ ਕੇ ਜਦੋਂ ਉਸਦੇ ਚਿਹਰੇ ਮੋਹਰੇ ਨੂੰ ਦੇਖਿਆ ਤਾਂ ਇੰਦਰ ਦੇਵਤਾ ਕਾਮ ਵਸ ਹੋ ਗਿਆ, ਇਹ ਸੁੱਧ ਬੁੱਧ ਨੂੰ ਭੁੱਲ ਗਈ। ਦਸਮ ਗ੍ਰੰਥ ਸਾਹਿਬ ਵਿੱਚ ਵੀ ਬਚਨ ਆਉਂਦੇ, ਦਿਵਤ ਦੀਪ ਦੁਤ ਬਪ ਪਿਖੀ, ਬਾਸਵ ਭਇਓ ਪਤੰਗ, ਕਾਮ ਸਿੰਘ ਗਰਜਨ ਕਰਾ, ਧੀਰਨ ਭਇਓ ਕਰੰਗ। ਵੀ ਜਦੋਂ ਅਹਿਲਿਆ ਦੇ ਸਰੀਰ ਦੀ ਸ਼ੋਭਾ ਪ੍ਰਕਾਸ਼ ਦੀ ਦੇਖੀ ਅਤੇ ਇਹ ਤਾਂ ਪਤੰਗਾ ਹੀ ਬਣ ਗਿਆ। ਜਿਵੇਂ ਦੀਵੇ ਦੀ ਲਾੜ 'ਤੇ ਪਤੰਗਾ ਮਰਨ ਜਾਂਦਾ ਨਾ, ਉਹੀ ਹਾਲ ਹੋ ਗਿਆ। ਕਾਮ ਰੂਪੀ ਸ਼ੇਰ ਗਰਜਣਾ ਕੀਤਾ, ਧੀਰਨ ਭਇਓ ਕਰੰਗ। ਧੀਰਜ ਰੂਪੀ ਜਿਹੜਾ ਧੀਰਜ ਸੀ ਸ਼ੇਰ, ਉਹ ਬਣ ਗਿਆ ਕਰੰਗ, ਹਿਰਨ ਬਣ ਗਿਆ। ਅਤੇ ਕਾਮ ਹੁਣ ਸਿੰਘ ਸ਼ੇਰ ਦੇ ਹਿਰਨ ਨੂੰ ਖਾਈ ਜਾਂਦਾ ਨਾ, ਇਸ ਤਰ੍ਹਾਂ ਧੀਰਜ ਰੂਪੀ ਹਿਰਨ ਨੂੰ ਕਾਮ ਰੂਪੀ ਸ਼ੇਰ ਖਾ ਗਿਆ। ਅਤੇ ਪਹਿਲਾਂ ਇੰਦਰ ਦੇਵਤੇ ਨੇ ਸੂਰਜ ਦੇਵ ਨੂੰ ਪੁੱਛਿਆ ਕਿ ਮੇਰਾ ਅਹਿਲਿਆ ਨਾਲ ਮਿਲਾਪ ਕਿਸ ਤਰੀਕੇ ਨਾਲ ਹੋ ਸਕਦਾ? ਤਾਂ ਸੂਰਜ ਦੇਵਤਾ ਕਹਿਣ ਲੱਗਿਆ ਕਿ ਮੇਰੀ ਤੇਜ਼ ਰੋਸ਼ਨੀ ਕਰਕੇ ਤਾਂ ਇਸਤਰੀਆਂ ਲੁਕੀਆਂ ਰਹਿੰਦੀਆਂ ਹੈ, ਬਾਹਰ ਨਹੀਂ ਨਿਕਲਦੀਆਂ। ਫਿਰ ਇੰਦਰ ਨੇ ਇੱਥੋਂ ਤੇ ਚਲਾ ਗਿਆ, ਚੰਦਰਮਾ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਦਾ ਪਤੀ ਗੌਤਮ ਰਿਸ਼ੀ ਰੋਜ਼ ਕੁੱਕੜ ਦੀ ਬਾਂਗ ਸੁਣ ਕੇ ਪ੍ਰਭਾਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦੀ ਨੂੰ ਗੋਦਾਵਰੀ ਵਿੱਚ ਇਸ਼ਨਾਨ ਕਰ ਲਈ ਜਾਂਦਾ ਹੈ। ਉਸ ਸਮੇਂ ਤੋਂ ਬਗੈਰ ਉਸਦੇ ਇਕੱਲਿਆਂ ਹੋਣ ਦਾ ਹੋਰ ਕੋਈ ਸਮਾਂ ਨਹੀਂ। ਇੰਦਰ ਚੰਦਰਮਾ ਨੂੰ ਕਹਿਣ ਲੱਗਾ ਕਿ ਤੂੰ ਮੇਰੀ ਸਹਾਇਤਾ ਕਰ। ਰਿਸ਼ੀ ਦੇ ਸਵੇਰੇ ਉੱਠਣ ਦੇ ਸਮੇਂ ਤੂੰ ਕੁੱਕੜ ਬਣ ਕੇ ਅੱਧੀ ਰਾਤ ਨੂੰ ਬਾਂਗ ਦੇ ਦੇਵੀਂ। ਇੰਦਰ ਦਾ ਕਹਿਣਾ ਮੰਨ ਕੇ ਚੰਦਰਮਾ ਨੇ ਦੂਸਰੀ ਰਾਤ ਨੂੰ ਕੁੱਕੜ ਦਾ ਰੂਪ ਧਾਰ ਕੇ ਅੱਧੀ ਰਾਤ ਨੂੰ ਜਾ ਕੇ ਬਾਂਗ ਦੇ ਦਿੱਤੀ। ਹਜੇ ਸਮਾਂ ਨਹੀਂ ਸੀ ਹੋਇਆ। ਹੁਣ ਗੌਤਮ ਰਿਸ਼ੀ ਬਾਂਗ ਸੁਣ ਕੇ ਉੱਠਦਾ ਸੀ, ਉਸੇ ਵੇਲੇ ਉੱਠ ਕੇ ਆਪਣਾ ਪਰਨਾ ਜਿਹਾ ਲੈ ਕੇ ਇਸ਼ਨਾਨ ਕਰ ਲਈ ਗੋਦਾਵਰੀ ਵੱਲ ਤੁਰ ਪਿਆ। ਗੌਤਮ ਰਿਸ਼ੀ ਦੇ ਜਾਣ ਤੋਂ ਬਾਅਦ ਇੰਦਰ ਨੇ ਦੈਵੀ ਸ਼ਕਤੀ ਨਾਲ ਗੌਤਮ ਰਿਸ਼ੀ ਵਰਗਾ ਸਰੂਪ ਬਣਾ ਲਿਆ। ਅਹਿਲਿਆ ਨਾਲ ਮਿਲ ਕੇ ਸਰੀਰਕ ਸੰਬੰਧ ਕੀਤਾ। ਜਿਸ ਵੇਲੇ ਗੌਤਮ ਰਿਸ਼ੀ ਗੋਦਾਵਰੀ ਵਿੱਚ ਇਸ਼ਨਾਨ ਕਰਨ ਲਈ ਵੜਿਆ ਤਾਂ ਉਦੋਂ ਜੋ ਗੰਗਾ ਗੋਦਾਵਰੀ
ਤੇ ਅੰਤਰਜਾਮੀ ਨੇ ਗੰਗਾ ਦੇ ਰੂਪ ਵਿੱਚ ਆਵਾਜ਼ ਦਿੱਤੀ, ਹੈ ਰਿਖੀ, ਤੁਹਾਡੇ ਇਸ਼ਨਾਨ ਦਾ ਜੇ ਸਮਾਂ ਨਹੀਂ ਹੈ, ਅਜੇ ਤਾਂ ਅੱਧੀ ਰਾਤ ਦਾ ਸਮਾਂ ਹੈ। ਤੁਹਾਡੇ ਘਰ ਚੋਰ ਲੱਗੇ ਹੋਏ ਹਨ, ਜਲਦੀ ਜਾਓ, ਆਪਣੇ ਘਰ ਦੀ ਸੰਭਾਲ ਕਰੋ, ਕਾਹਨੂੰ ਨਹਾਉਣ ਆਏ। ਇਹ ਗੱਲ ਸੁਣ ਕੇ ਰਿਖੀ ਗਿੱਲਾ ਪੰਨਾ ਨਿਚੋੜਦਾ ਬੜੇ ਗੁੱਸੇ ਵਿੱਚ ਜਲਦੀ ਬਾਹਰ ਆਇਆ। ਜਦੋਂ ਰਿਖੀ ਜੀ ਨੇ ਘਰ ਦੇ ਬਾਹਰ ਜਾ ਕੇ ਵੇਖਿਆ, ਚੰਦਰਮਾ ਕੁੱਕੜ ਬਣ ਕੇ ਮਨਾਰੇ 'ਤੇ ਬੈਠਾ ਬੋਲ ਰਿਹਾ ਹੈ। ਸਾਰੀ ਸ਼ੈਤਾਨੀ ਚੰਦਰਮਾ ਦੀ ਜਾਣ ਕੇ ਗੁੱਸੇ ਵਿੱਚ ਆ ਕੇ ਬੜੇ ਜ਼ੋਰ ਨਾਲ ਗਿੱਲਾ ਪਰਨਾ ਮਾਰਿਆ। ਉਹਦੇ ਨਿਸ਼ਾਨ ਪੈ ਗਿਆ, ਜਿਸ ਕਰਕੇ ਚੰਦਰਮਾ ਦੇ ਕਲੰਕ ਲੱਗ ਗਿਆ, ਜੋ ਕਲੰਕ ਅੱਜ ਤੱਕ ਦੂਰ ਨਹੀਂ ਹੋ ਸਕਿਆ। ਅੱਜ ਵੀ ਵੇਖੋ ਚੰਦਰਮਾ ਜੋ ਦਾਗ ਰਹਿੰਦਾ ਹੈ, ਪੂਰੇ ਵੇਖ ਲਓ ਜਦੋਂ ਬਣਿਆ ਹੋਊ। ਫਿਰ ਰਿਖੀ ਜਦੋਂ ਅੰਦਰ ਜਾਣ ਲੱਗਿਆ ਤਾਂ ਆਪਣੀ ਲੜਕੀ ਅੰਜਨੀ ਨੂੰ ਪਹਿਰੇ 'ਤੇ ਖੜਾ ਵੇਖ ਕੇ ਪੁੱਛਣ ਲੱਗਾ, ਅੰਦਰ ਕੌਣ ਹੈ। ਅੰਜਨੀ ਨੇ ਮੱਧਮ ਜਿਹੀ ਆਵਾਜ਼ ਨਾਲ ਕਿਹਾ ਕਿ ਮਾਜ਼ਾਰ। ਹੁਣ ਮਾਜ਼ਾਰ ਦਾ ਅਰਥ ਹੁੰਦਾ ਹੈ, ਉਹਦੇ ਕਈ ਅਰਥ ਹੈ, ਚੋਰ ਵੀ ਹੈ, ਬਿੱਲਾ ਵੀ ਹੈ, ਜਾਂ ਮਾਂ ਦਾ ਜ਼ਾਰ ਵੀ ਅਰਥ ਬਣ ਜਾਂਦਾ। ਉਹਨੇ ਇਸ ਭਾਵਕ ਨਾਲ ਕਿਹਾ ਵੀ ਪਿਤਾ ਨੂੰ ਝੂਠ ਨਾ ਬੋਲਿਆ ਜਾਵੇ, ਮਾਤਾ ਨਾਲ ਵੀ ਧੋਖਾ ਨਾ ਹੋਵੇ। ਇਸ ਤਰ੍ਹਾਂ ਉਹਨੇ ਮਾਜ਼ਾਰ ਕਹਿ ਦਿੱਤਾ। ਉਸ ਵੇਲੇ ਅੰਜਨੀ ਨੂੰ ਆਪਣੀ ਮਾਂ ਦੇ ਪਾਪ ਕਰਨ ਵਿੱਚ ਮਿਲੀ ਭੁਗਤ ਜਾਣ ਕੇ ਸ਼ਰਾਪ ਦੇ ਦਿੱਤਾ ਕਿ ਤੂੰ ਕੁਆਰੀ ਹੀ ਗਰਭਵਤੀ ਬਣੇਗੀ। ਅੰਦਰ ਜਾ ਕੇ ਜਦੋਂ ਇੰਦਰ ਨੂੰ ਆਪਣੇ ਰੂਪ ਵਿੱਚ ਵੇਖਿਆ ਤਾਂ ਉਸਨੂੰ ਕਿਹਾ ਕਿ ਹੇ ਇਤਨੇ ਪਦਾਰਥ ਵਾਲਾ ਹੋ ਕੇ ਵੀ ਤੂੰ ਤ੍ਰਿਪਤ ਨਹੀਂ ਹੋਇਆ। ਤੇਰੇ ਘਰ ਵਿੱਚ ਸਭ ਕੁਝ ਹੈ, ਅਪੱਛਰਾ ਹੈ, ਫਿਰ ਵੀ ਤੂੰ ਰਿਖੀਆਂ ਦੇ ਘਰ ਆ ਕੇ ਪਾਪ ਕਰਮ ਕਰਦਾ ਫਿਰਦਾ। ਜਾਂ ਜਿਸ ਇੱਕ ਭਗ ਦੇ ਕਾਰਨ ਤੂੰ ਇੱਥੇ ਆਇਆ, ਉਹ ਤੇਰੇ ਸਰੀਰ ਉੱਤੇ ਹਜ਼ਾਰਾਂ ਹੀ ਭਗਾਂ ਦੇ ਨਿਸ਼ਾਨ ਹੋ ਜਾਣ। ਰਿਖੀ ਦੇ ਕੋਲੋਂ ਸ਼ਰਾਪ ਦੇ ਬਚਨ ਸੁਣ ਕੇ ਇੰਦਰ ਦਾ ਸਰੀਰ ਉਸੇ ਵੇਲੇ ਫਿੱਟ ਗਿਆ। ਸਾਧ ਬਚਨ ਅਟਲਾਦਾ ਹੁੰਦਾ ਹਨ, ਹਜ਼ਾਰਾਂ ਹੀ ਭਗਾਂ ਦੇ ਨਿਸ਼ਾਨ ਹੋ ਗਏ। ਰਿਖੀ ਨੇ ਆਪਣੀ ਇਸਤਰੀ ਅਹਲਿਆ ਵੱਲ ਵੇਖਿਆ, ਇਹ ਤੇ ਜਾ ਕੇ ਸਰੋਵਰ 'ਚ ਮਾਨ ਸਰੋਵਰ 'ਚ ਲੁਕਦਾ ਫਿਰੇ। ਇੰਦਰ ਸ਼ਰਮਿੰਦਾ ਹੋਇਆ, ਇਹਦਾ ਬੜੀ ਬੁਰੀ ਹਾਲਤ ਹੋਈ ਸੀ। ਗੁਰਬਾਣੀ 'ਚ ਆਉਂਦਾ ਹੈ, ਸੰਸਰ ਦਾਨ ਦੇ ਇੰਦਰ ਰਵਾਇਆ। ਸੰਸਰ ਭਗਾਂ ਦਾ ਦਾਨ ਦਿੱਤਾ ਇਹਨੂੰ। ਗੌਤਮ ਰਿਖੀ ਨੇ ਫਿਰ ਬੜਾ ਰੋਇਆ ਸੀ। ਤੇ ਰਿਖੀ ਨੇ ਆਪਣੀ ਇਸਤਰੀ ਅਹਲਿਆ ਵੱਲ ਵੇਖਿਆ, ਉਸ ਨੂੰ ਕਿਹਾ ਕਿ ਜਾ ਤੂੰ ਪੱਥਰ ਬਣ ਜਾ। ਰਿਖੀਆਂ ਦੇ ਕੋਲ ਰਹਿ ਕੇ ਵੀ ਤੇਰੇ ਅੰਦਰੋਂ ਵਾਸ਼ਨਾ ਖਤਮ ਨਹੀਂ ਹੋਈ, ਕਿਉਂਕਿ ਅਹਲਿਆ ਨੇ ਆਪਣੀ ਜੋਗਨੇਸ਼ਵਰੀ ਨਾਮ ਦੀ ਸਖੀ ਭੇਜ ਕੇ ਇੰਦਰ ਨੂੰ ਕੁਕਰਮ ਕਰਨ ਲਈ ਬੁਲਾਇਆ ਸੀ। ਇਹ ਵੀ ਬੇਈਮਾਨ ਸੀ। ਇਹ ਸ਼ਰਾਪ ਦੇ ਬਚਨ ਸੁਣ ਕੇ ਅਹਲਿਆ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਜਿਸ ਤਰ੍ਹਾਂ ਦਾ ਮੈਂ ਪਾਪ ਕੀਤਾ ਹੈ ਉਸ ਦਾ ਫਲ ਤਾਂ ਮੈਨੂੰ ਜ਼ਰੂਰ ਭੋਗਣਾ ਪਵੇਗਾ, ਪਰ ਮੇਰੇ 'ਤੇ ਕੋਈ ਤਰਸ ਕਰੋ ਮਹਾਰਾਜ, ਕਿਉਂਕਿ ਫਿਰ ਵੀ ਮੈਂ ਤੁਹਾਡੀ ਪਤਨੀ ਹਾਂ। ਤੁਸੀਂ ਮੇਰੀ ਇਸ ਜੂਨ ਤੋਂ ਮੁਕਤੀ ਕਰ ਦਿਓ। ਰਿਖੀ ਨੇ ਕਿਹਾ, ਇਹ ਸ਼ਰਾਪ ਹੁਣ ਵਾਪਸ ਨਹੀਂ ਹੋ ਸਕਦਾ। ਅਹਲਿਆ ਨੇ ਕਿਹਾ ਕਿ ਕਿਰਪਾ ਕਰਕੇ ਹੀ ਦੱਸ ਦਿਓ, ਮੇਰੀ ਇਸ ਪੱਥਰ ਦੀ ਜੂਨ ਤੋਂ ਮੁਕਤੀ ਕਦੋਂ ਅਤੇ ਕਿਵੇਂ ਹੋਏਗੀ। ਤਦ ਗੌਤਮ ਰਿਖੀ ਨੇ ਕਿਹਾ, ਜਦੋਂ ਤ੍ਰੇਤੇ ਯੁੱਗ ਵਿੱਚ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਵਤਾਰ ਧਾਰਨਗੇ, ਵਿਸ਼ਨੂੰ ਜੀ ਆਪ, ਉਹ ਜਦੋਂ ਇੱਧਰ ਆਏ ਤਾਂ ਉਹਨਾਂ ਦੇ ਚਰਨ ਛੂਹਣ ਨਾਲ ਤੇਰੀ ਪੱਥਰ ਜੂਨ ਤੋਂ ਮੁਕਤੀ ਹੋਏਗੀ। ਅਹਲਿਆ ਨੇ ਕਿਹਾ ਕਿ ਹੇ ਸੁਆਮੀ ਜੀ, ਅਜੇ ਤਾਂ ਦੁਆਪਰ ਯੁੱਗ ਆਵੇਗਾ, ਇਸ ਤੋਂ ਬਾਅਦ ਤ੍ਰੇਤਾ ਯੁੱਗ, ਤ੍ਰੇਤੇ ਦਾ ਅਰਥ ਹੁੰਦਾ ਤੀਸਰਾ ਯੁੱਗ ਆਵੇਗਾ। ਮੈਨੂੰ ਇੰਨਾ ਚਿਰ ਪੱਥਰ ਦੀ ਜੂਨ ਵਿੱਚ ਨਾ ਰੱਖੋ, ਮੇਰੇ 'ਤੇ ਕਿਰਪਾ ਕਰੋ। ਤਦੋਂ ਗੌਤਮ ਰਿਖੀ ਨੇ ਕਿਹਾ, ਪਹਿਲਾਂ ਤ੍ਰੇਤਾ ਯੁੱਗ ਹੀ ਆਵੇਗਾ। ਇਉਂ ਰਿਖੀ ਨੇ ਆਪਣੇ ਤਪ ਦੇ ਪ੍ਰਤਾਪ ਨਾਲ ਹੀ ਯੁੱਗ ਹੀ ਬਦਲਾ ਦਿੱਤਾ। ਵੇਖੋ ਕਿੰਨੀ ਸ਼ਕਤੀ ਸੀ। ਇਹ ਵੀ ਭੇਦ ਹੁੰਦਾ, ਜੋ ਯੁੱਗ ਬਦਲਾ ਸਕਦਾ ਉਹ ਧੋਖਾ ਕਿਵੇਂ ਖਾ ਸਕਦਾ। ਪਰ ਪਰਮੇਸ਼ਰ ਨੇ ਜਿਹੜੀ ਵਿਧ ਬਣਾਈ ਹੈ ਨਾ, ਜੋ ਭੇਦ ਰੱਖੇ ਹੈ ਸਾਧ ਸੰਗਤ ਜੀ, ਉਹ ਤਾਂ ਇੱਦਾਂ ਹੀ ਰਹਿਣੇ ਹੈ ਕਿ ਜਿਹੜਾ ਤੀਸਰਾ ਯੁੱਗ ਤੀਸਰੇ ਨੰਬਰ ਤੋਂ ਦੂਜੇ ਦੇ ਕਰਨਾ ਸੀ, ਤਾਂ ਪਰਮਾਤਮਾ ਨੇ ਖੇਡ ਰਚਾਈ। ਫਿਰ ਤ੍ਰੇਤੇ ਯੁੱਗ ਵਿੱਚ ਜਦੋਂ ਭਗਵਾਨ ਰਾਮ ਚੰਦਰ ਜੀ ਬਨਵਾਸ ਨੂੰ ਗਏ ਹੈ, ਉਦੋਂ ਸ੍ਰੀ ਹਜ਼ੂਰ ਸਾਹਿਬ ਵਾਲੀ ਧਰਤੀ ਵੱਲ ਗਏ।
ਉਹ ਗੋਦਾਵਰੀ ਦੇ ਕਿਨਾਰੇ ਹੀ ਹੈ ਮੰਦਰ ਬਣਿਆ ਹੋਇਆ। ਨਗੀਨਾ ਘਾਟ ਤੋਂ ਥੱਲੇ ਜਾਈਏ ਉਤਰ ਕੇ ਇੱਧਰ ਪੁਲ ਦੇ ਪਾਸੇ ਵਾਲੇ ਪਾਸੇ ਬਣਿਆ ਹੋਇਆ ਉਹ ਮੰਦਰ। ਇਸ ਪੱਥਰ ਦੀ ਸਿਰਾ ਬਣੀ ਹੋਈ ਅਹਿਲਿਆ ਨੂੰ ਆਪਣਾ ਚਰਨ ਛੁਹਾ ਕੇ ਉੱਪਰ ਬਿਰਾਜਮਾਨ ਹੋਏ ਸੀ, ਉਦੋਂ ਮੁਕਤ ਕੀਤਾ ਸੀ ਅਹਿਲਿਆ ਨੂੰ। ਉਹ ਗੱਲ ਹੀ ਇੱਥੇ ਕਵੀ ਇਸ਼ਾਰੇ ਮਾਤਰ ਟੂਕ ਮਾਤਰ ਜੀ ਲਿਖ ਰਹੇ ਹੈ ਕਿ ਗੌਤਮ ਨਾਰ ਉਧਾਰ ਕਰੀ। ਜਿਸ ਭਗਵਾਨ ਰਾਮਚੰਦਰ ਜੀ ਨੇ ਗੌਤਮ ਰਿਸ਼ੀ ਦੀ ਪਤਨੀ ਜੋ ਸਤਯੁਗ ਦੀ ਪੱਥਰ ਦੀ ਜੂਨ ਵਿੱਚ ਪਈ ਹੋਈ ਸੀ, ਉਸ ਨੂੰ ਆਪਣੇ ਪਾਵਨ ਚਰਨ ਛੁਹਾ ਕੇ ਮੁਕਤ ਕੀਤਾ ਅਤੇ ਮਿਥਿਲਾਪਤ ਰਾਜੇ ਜਨਕ ਜੀ ਦੇ ਘਰ ਵਿੱਚ ਜਾ ਕੇ ਉਹਨਾਂ ਦੇ ਜਿਹੜੀ ਸਪੁੱਤਰੀ ਸੀਤਾ ਹੈ ਮਾਤਾ, ਉਹਦੇ ਨਾਲ ਵਿਆਹ ਕਰਕੇ ਉਹਨਾਂ ਦੇ ਘਰ ਨੂੰ ਸੋਭਨੀਕ ਬਣਾ ਦਿੱਤਾ ਸੀ। ਗੌਤਮ ਨਾਰ ਉਧਾਰ ਕਰੀ। ਗੌਤਮ ਰਿਸ਼ੀ ਦੀ ਜਿਹੜੀ ਨਾਰ ਕਹੀਏ ਇਸਤਰੀ ਅਹਿਲਿਆ ਜੋ ਪੱਥਰ ਬਣੀ ਹੋਈ ਸੀ, ਉਸ ਨੂੰ ਆਪਣਾ ਚਰਨ ਛੁਹਾ ਕੇ ਉਧਾਰ ਕਹੀਏ ਉਹਦਾ ਪਾਰ ਉਤਾਰਾ ਕੀਤਾ। ਮਿਥਿਲਾ ਪਤ, ਮਿਥਿਲਾਪੁਰੀ ਦਾ ਜੋ ਪਤ ਮਾਲਕ ਜਨਕ ਰਾਜਾ ਹੈ ਅਤੇ ਜਿਸ ਦੇ ਭੌਣ ਕਹੀਏ ਘਰ ਵਿੱਚ ਜਾ ਕੇ ਸੀਤਾ ਮਾਤਾ ਨਾਲ ਸ਼ਾਦੀ ਕਰਕੇ ਸੁਹਾਏ ਕਹੀਏ ਘਰ ਨੂੰ ਸੋਭਨੀ ਕੀਤਾ ਸੀ ਉਹ ਸ਼੍ਰੀ ਰਾਮ ਚੰਦਰ ਭਗਵਾਨ ਜੀ। ਸੀਯ ਸਮੇਤ ਨਮੋ ਤਿਨ ਕੋ ਕਹੀਏ ਉਹਨਾਂ ਭਗਵਾਨ ਰਾਮ ਚੰਦਰ ਜੀ ਕੋ ਦਾ ਅਰਥ ਨੂੰ ਸੀਯ ਸਮੇਤ ਮਾਤਾ ਸੀਤਾ, ਸੀਯ ਕਹੀਏ ਸੀਤਾ ਦੇ ਸਮੇਤ ਹੀ ਨਮੋ ਕਹੀਏ ਨਮਸਕਾਰ ਮੈਂ ਕਵੀ ਕਰਦਾ ਹਾਂ। ਇੱਕ ਆਸਨ ਬੈਠ ਮਹਾਹਰ ਖਾਏ। ਜੋ ਅਯੁੱਧਿਆ ਨਗਰੀ ਦੇ ਵਿੱਚ ਇੱਕ ਹੀ ਆਸਣ ਭਾਵ ਤਖਤ 'ਤੇ ਬੈਠ ਕੇ ਇੱਕ ਪਾਸੇ ਖੱਬੇ ਪਾਸੇ ਮਾਤਾ ਸੀਤਾ, ਸੱਜੇ ਪਾਸੇ ਸ਼੍ਰੀ ਰਾਮ ਚੰਦਰ ਭਗਵਾਨ ਜੀ ਬੈਠੇ ਹੋਏ ਹੈ ਅਤੇ ਬਹੁਤ ਹਰ ਖਾਏ ਕਈ ਜੋ ਪ੍ਰਸੰਨ ਹੋ ਰਹੇ ਹਨ। ਐਸੇ ਸ਼੍ਰੀ ਰਾਮ ਚੰਦਰ ਭਗਵਾਨ ਮਹਾਰਾਜ ਜੀ ਦੇ ਚਰਨਾਂ ਉੱਪਰ ਮੇਰੀ ਕਵੀ ਪੰਡਿਤ ਗੁਲਾਬ ਸਿੰਘ ਜੀ ਦੀ ਨਮਸਕਾਰ ਹੈ। ਇਸ ਤਰ੍ਹਾਂ ਇਹ ਮੰਗਲ ਜਿਹੜਾ ਕੀਤਾ ਹੈ ਸ਼੍ਰੀ ਰਾਮ ਚੰਦਰ ਭਗਵਾਨ ਜੀ ਦੇ ਸੰਬੰਧ ਵਿੱਚ, ਅਤੇ ਉਹ ਆਪਣੇ ਗੁਰੂ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਤਾਂ ਜਿਵੇਂ ਪੰਡਿਤ ਗੁਲਾਬ ਸਿੰਘ ਜੀ ਨੇ ਲਿਖਿਆ ਹੋਇਆ ਹੈ ਆਪਣੇ ਗ੍ਰੰਥ ਵਿੱਚ, ਉਹਦੇ ਮੁਤਾਬਕ ਅਰਥ ਹੈ। ਬਾਕੀ ਜਿਹੜੇ ਸੰਪਰਦਾਇ ਮਹਾਂਪੁਰਸ਼ ਹਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ, ਅਤੇ ਕਿਉਂਕਿ ਜਿਹੜੇ ਸੰਤ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਸਨ ਉਹ ਵੀ ਮਹਾਤਮਾ ਨਿਰਮਲੇ ਸੰਤ ਸਨ, ਪੜ੍ਹਾਈ ਕੀਤੀ ਹੋਈ ਸੀ ਉਹਨਾਂ ਨਿਰਮਲੇ ਸਾਧੂਆਂ ਪਾਸੋਂ ਹੀ ਬੜੇ ਵਿਦਵਾਨ ਸਨ। ਅਤੇ ਉਹਨਾਂ ਮਹਾਂਪੁਰਸ਼ਾਂ ਤੋਂ ਜੋ ਸੀਨੇ ਬਸੀਨੇ ਅਰਥ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਜਦੋਂ ਉਹ ਪੜ੍ਹਦੇ ਸਨ ਮਹਾਂਪੁਰਸ਼ ਅਤੇ ਜਦੋਂ ਵਿਦਿਆਰਥੀ ਨੂੰ ਪੜ੍ਹਾਇਆ ਉਹਨਾਂ ਨੇ ਅਰਥ ਇਸੇ ਹੀ ਸਵੱਈਏ ਦਾ ਇੱਕ ਹੋਰ ਅਰਥ ਕੀਤਾ ਹੈ। ਜਿਵੇਂ ਗੁਰਬਾਣੀ ਵਿੱਚ ਝਾਤੀ ਮਾਰਾਂਗੇ ਤਾਂ ਉੱਥੇ ਵੀ ਇਹ ਅਰਥ ਹੂਬਹੂ ਇਸੇ ਤਰ੍ਹਾਂ ਮਿਲਦੇ ਪ੍ਰਤੀਤ ਹੁੰਦੇ ਇਹਨਾਂ ਅੱਖਰਾਂ ਦੀ। ਇਸੇ ਤਰ੍ਹਾਂ ਇਹਦਾ ਵੀ ਅਰਥੋਂ ਮਹਾਂਪੁਰਸ਼ ਸੰਪਰਦਾਇ ਜਿਵੇਂ ਚੱਲਦਾ ਆ ਰਿਹਾ ਹੈ ਉਹ ਦੂਸਰਾ ਅਰਥ ਇਸ ਤਰ੍ਹਾਂ ਹੈ। ਸੇਤ ਕਰੇ ਜਿਨ ਸਾਗਰ ਪੈ। ਜਿਨ ਕਹੀਏ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਸਰੂਪ ਧਾਰ ਕੇ ਅਤੇ ਸਾਗਰ ਪੈ ਇਸ ਸੰਸਾਰ ਸਮੁੰਦਰ ਦੇ ਉੱਪਰ ਜਿਹੜਾ ਹੈ ਸਤਿਨਾਮ ਵਾਹਿਗੁਰੂ ਨਾਮ ਹੈ। ਵਾਹਿਗੁਰੂ ਦਾ ਜਿਹੜਾ ਜਸ ਹੈ, ਭਾਵ ਭਗਤੀ ਜਿਹੜੀ ਪਰਮੇਸ਼ਰ ਦੀ ਹੈ, ਇਸ ਭਾਵ ਭਗਤੀ ਰੂਪੀ ਸੇਤੂ ਕਹੀਏ ਪੁਲ ਬੰਨਣਾ ਕੀਤਾ। ਸੇਤ ਕਰੇ ਜਿਨ ਸਾਗਰ ਪੈ।
ਸਿੱਧਾ ਸਮਝਣ ਵਾਸਤੇ ਵੀ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਸਮੁੰਦਰ ਦੇ ਉੱਪਰ ਪੈਦਾਰਥ ਉੱਪਰ ਪਰਮਾਤਮਾ ਦਾ ਨਾਮ ਜਸ ਭਾਵ ਭਗਤੀ ਦਾ ਸੇਤ ਕਈਏ ਪੋਲ ਬੰਨਣਾ ਕੀਤਾ ਹੈ। ਸਭ ਦੇਵਨ ਕੇ ਦੁੱਖ ਦੂਰ ਮਿਟਾਏ। ਫਿਰ ਸਾਰੇ ਜਿਹੜੇ ਸ੍ਰੇਸ਼ਟ ਮਨੁੱਖ ਹੈ, ਦੇਵਤੇ ਕੌਣ? ਸ੍ਰੇਸ਼ਟ ਮਨੁੱਖ ਜਿਨ੍ਹਾਂ ਨੇ ਗੁਰੂ ਮਾਰਨ ਧਿਆਇਆ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਭਾਵ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਤੋਂ ਦੇਵਤੇ ਕਰ ਦਿੱਤੇ, ਸ੍ਰੇਸ਼ਟ ਮਨੁੱਖ। ਦਸਮ ਪਿਤਾ ਜੀ ਵੀ ਬਚਿੱਤਰ ਨਾਟਕ ਬਾਣੀ 'ਚ ਕਹਿੰਦੇ ਹੀ ਆਪਾਂ ਸਰਵਣ ਕੀਤਾ ਪਿਛੇ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਸਾਧੂਆਂ ਵਾਲੇ ਕਰਮ ਜਿਹੜੇ ਪੁਰਖ ਕਮਾਉਂਦੇ ਆ ਨਾ, ਉਹ ਜਗਤ ਵਿੱਚ ਦੇਵਤਾ ਨਾਮ ਉਹਨਾਂ ਦਾ ਕਿਹਾ ਜਾਂਦਾ ਹੈ। ਕੰਮਾਂ ਤੋਂ ਹੀ ਹੈ ਸਭ ਕੁਝ। ਜੈਸੇ ਕੰਮ ਵੈਸਾ ਨਾਮ ਪੈ ਜਾਂਦਾ। ਚੋਰੀ ਕਰਾਂਗੇ ਚੋਰ, ਠੱਗੀ ਕਰਾਂਗੇ ਠੱਗ, ਸਾਧੂਆਂ ਵਾਲੇ ਕੰਮ ਕਰਾਂਗੇ ਸਾਧੂ, ਦੇਵਤਿਆਂ ਵਾਲੇ ਕੰਮ ਕਰਾਂਗੇ ਦੇਵਤੇ। ਸਾਧ ਨਾਮ ਨਿਰਮਲ ਤਾਂ ਕੇ ਕਰਮ। ਸਾਧ ਨਾਮ ਉਹਨਾਂ ਦਾ ਜਿਨ੍ਹਾਂ ਦੇ ਨਿਰਮਲ ਕਰਮ ਹਨ, ਉਹ ਦੇਵਤੇ ਹੁੰਦੇ ਹੈ। ਸਭ ਦੇਵਨ ਕੇ ਦੁੱਖ ਦੂਰ ਮਿਟਾਏ। ਫਿਰ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਜਿਹੜੇ ਸ੍ਰੇਸ਼ਟ ਮਨੁੱਖ, ਮਹਾਨ ਮਨੁੱਖ, ਚੰਗੇ ਗੁਣਾਂ ਵਾਲੇ, ਉਹਨਾਂ ਦੇ ਜੰਮਣ ਮਨ ਰੂਪੀ ਦੁੱਖ, ਭਰਮ ਰੂਪੀ ਦੁੱਖ, ਇਸੇ ਤਰ੍ਹਾਂ ਆਦਿ ਵਿਆਧੀ ਉਪਾਧੀ ਦੇ ਦੁੱਖ, ਮਨ ਬਾਣੀ ਸਰੀਰ ਦੇ ਦੁੱਖ, ਵਿਛੋੜੇ ਦੇ ਦੁੱਖ, ਕਿੰਨੇ ਦੁੱਖ ਹਨ। ਇਹ ਸਾਰੇ ਦੁੱਖ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਦੂਰ ਕਰਕੇ ਮਿਟਾਏ, ਕਹੀਏ ਨਾਸ ਕਰ ਦਿੱਤੇ। ਰਾਵਣ ਕੇ 10 ਸੀਸ ਕੱਟੇ। ਰਾਵਣ ਕੌਣ ਹੈ? ਹੰਕਾਰ। ਰਾਵਣ ਕੌਣ ਹੈ? ਅਗਿਆਨ। ਫਿਰ ਹੰਕਾਰ ਰੂਪੀ, ਅਗਿਆਨ ਰੂਪੀ ਰਾਵਣ ਦੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ 10 ਸੀਸ ਕੱਟੇ। ਉਹ 10 ਸੀਸ ਕਿਹੜੇ? 10 ਸੀਸ ਹੈ 5 ਵਿਸ਼ਿਆਂ ਤੇ 5 ਵਿਕਾਰਾਂ ਰੂਪੀ 10 ਸਿਰ। ਸ਼ਬਦ ਸਪਰਸ਼ ਰੂਪ ਰਸ ਗੰਧ 5 ਵਿਸ਼ੇ, 5 ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਅਗਿਆਨ ਰੂਪੀ ਰਾਵਣ ਤੇ ਹੰਕਾਰ ਰੂਪੀ ਰਾਵਣ ਦੇ ਜਿਹੜੇ ਹੈ ਨਾ 10 ਸਿਰ ਹੈ। ਇਹ 10 ਸਿਰ ਕੱਟੇ, ਕਈਏ ਕੱਟ ਦਿੱਤੇ ਹਨ। ਜਾਂ 10 ਸੀਸ ਕਿਹੜੇ ਹੈ? ਜਿਹੜੇ ਅਗਿਆਨ ਰੂਪੀ ਰਾਵਣ ਹੈ, ਇਹਦੇ 10 ਇੰਦਰੇ ਜਿਹੜੇ ਹੈ, ਉਹਨਾਂ ਦੇ ਜਿਹੜੇ 10 ਕੋਈ ਵਿਸ਼ੇ ਹਨ। ਇੱਕ ਤੇ ਵਿਸ਼ੇ ਦੇ ਸ਼ਬਦ ਹੀ ਹੈ। ਜਿਹੜੇ 10 ਇੰਦਰੀਆਂ ਹਨ, ਉਹ 10 ਇੰਦਰੀਆਂ ਦੇ ਜਿਹੜੇ 10 ਹੀ ਕੁਵਿਸ਼ੇ ਹਨ ਮਾੜੇ, ਉਹ ਸਿਰ ਉਹ ਕੱਟ ਦਿੱਤੇ। ਸੋਭ ਭੀਖਨ ਕੇ ਸਿਰ ਛਤਰ ਫਿਰਾਏ। ਅਤੇ ਇਹ ਅੰਤਰੀ ਅਰਥ, ਵੇਦ ਅਰਥ ਵਿਸ਼ੇਸ਼। ਭਾ ਦਾ ਅਰਥ ਲੈਣਾ ਹੈ ਭੈ, ਤੇ ਵਿਹਾਰੀ ਵਿੱਚੋਂ ਨਿਕਲਣੀ ਹੈ ਈੜੀ, ਤੇ ਉਹ ਬਣ ਜਾਂਦਾ ਹੈ ਵੇ ਭੈ ਈਖਣ। ਬਿਹਾਰੀ ਵਿੱਚੋਂ ਈੜੀ ਨਿਕਲ ਗਈ ਤੇ ਉਹ ਬਣ ਗਿਆ ਈਖਣ। ਭਾਵ ਵਿਸ਼ੇਸ਼ ਕਰਕੇ ਭੈ ਕਹੀਏ ਭੈ ਦੀ ਇੱਛਾ ਵਾਲੇ। ਈਖਣ ਦਾ ਅਰਥ ਇੱਛਾ, ਇੱਛਾ ਵਾਲੇ ਅਥਵਾ ਭਾਵ ਜੋ ਭੈ ਨੂੰ ਧਾਰਨ ਕਰਨ ਵਾਲੇ। ਭੈ ਦੀ ਇੱਛਾ ਵਾਲੇ ਜਾਂ ਭੈ ਨੂੰ ਧਾਰਨ ਕਰਨ ਵਾਲੇ। ਅਰਥਾਤ ਜਿਨ੍ਹਾਂ ਨੇ ਵੇ ਕਹੀਏ ਵਿਸ਼ੇਸ਼ ਕਰਕੇ
ਪਰਮੇਸ਼ਰ ਦੇ ਭੈ ਨੂੰ ਧਾਰਨਾ ਕੀਤਾ ਹੈ, ਉਹਨਾਂ ਦੇ ਅੰਤःਕਰਨ ਰੂਪੀ ਸਿਰ ਉੱਪਰ, ਅੰਤःਕਰਨ ਇੱਕ ਸਿਰ ਹੈ ਜਿੱਥੇ ਰੱਬ ਵਸਦਾ ਹੈ, ਉਹ ਸਿਰ ਉੱਪਰ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਮੇਸ਼ਰ ਦੀ ਅਭੇਦਤਾ ਰੂਪੀ ਛਤਰ ਫੇਰਨਾ ਕੀਤਾ ਹੈ। ਸਿਰ ਕਿਹੜਾ ਹੈ? ਅੰਤःਕਰਨ। ਅਤੇ ਛਤਰ ਕਿਹੜਾ ਹੈ? ਅਭੇਦਤਾ ਰੂਪੀ, ਜਿਹੜਾ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਇਹ ਅਭੇਦਤਾ ਰੂਪੀ ਛਤਰ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਭੇਦਤਾ ਰੂਪੀ ਛਤਰ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਫਿਰਾਏ ਕਹੀਏ ਫੇਰਨਾ ਕੀਤਾ ਹੈ। ਇਸ ਤਰ੍ਹਾਂ ਇਹ ਸਮਝ ਲੈਣਾ ਹੈ, ਗੌਤਮ ਨਾਰ ਉਧਾਰ ਕਰੀ। ਗੋ ਨਾਮ, ਗੋ ਅੱਡ ਕਰ ਲੈਣਾ, ਤਮ ਅੱਡ ਕਰ ਲੈਣਾ। ਗੋ ਨਾਮ ਇੰਦਰੀਆਂ ਦਾ ਹੈ, ਤਮ ਨਾਮ ਅਗਿਆਨਤਾ ਦਾ ਹੈ, ਤਮ ਨਾਮ ਹਨੇਰੇ ਦਾ ਹੈ। ਜੋ ਗੋ ਕਹੀਏ ਇੰਦਰੀਆਂ ਅਤੇ ਤਮ ਕਹੀਏ ਜੋ ਅਗਿਆਨਤਾ ਦਾ, ਤਮ ਕਹੀਏ ਅੰਧਕਾਰ ਹਨੇਰਾ ਹੈ। ਇਸ ਦੇ ਨਾਲ ਮਿਲੀ ਹੋਈ ਜਿਹੜੀ ਕੁਬੁੱਧੀ ਰੂਪੀ ਨਾਰ ਇਸਤਰੀ ਹੈ। ਨਾਰ ਕਿਹੜੀ? ਕੁਬੁੱਧੀ ਰੂਪੀ। ਇੱਕ ਤਾਂ ਬੁੱਧੀ ਹੁੰਦੀ ਨਾ, ਜਿਹੜੀ ਕੁਬੁੱਧੀ, ਜਿਹੜੀ ਖੋਟੀ ਬੁੱਧੀ, ਇੱਕ ਆਤਮ ਵਿਸ਼ਾਣੀ ਬੁੱਧੀ, ਇੱਕ ਕੁਬੁੱਧੀ ਖੋਟੀ ਬੁੱਧੀ। ਖੋਟੀ ਬੁੱਧੀ ਰੂਪ ਇਸਤਰੀ ਦਾ ਪਾਰ ਉਤਾਰਾ ਕੀਤਾ। ਕਿਵੇਂ? ਭਾਵ ਇੰਦਰੀਆਂ ਦੇ ਜਿਹੜੇ ਵਿਸ਼ੇ ਮੇਟ ਦਿੱਤੇ। ਇੱਕ ਤਾਂ ਵਿਸ਼ੇ, ਇੱਕ ਕੁਵਿਸ਼ੇ ਹੁੰਦੇ ਆ। ਆਪਾਂ ਇੱਥੇ ਵਿਸ਼ੇ ਦਾ ਅਰਥ ਲੈਣਾ, ਕਿਉਂਕਿ ਵਿਸ਼ੇ ਹੁਣ ਅੱਖਾਂ ਨਾਲ ਸਤਿਗੁਰੂ ਦਾ ਦਰਸ਼ਨ ਕਰਨਾ ਵੀ ਤਾਂ ਇੱਕ ਵਿਸ਼ਾ ਹੀ ਹੈ। ਕੰਨਾਂ ਨਾਲ ਕਥਾ ਸੁਣਨੀ, ਇਹ ਵੀ ਇੱਕ ਵਿਸ਼ਾ ਹੀ। ਕੰਨ ਵਿਸ਼ਾ ਕਰਨ ਦੇ ਸ਼ਬਦ ਨੂੰ, ਗੁਰਬਾਣੀ ਨੂੰ, ਕੀਰਤਨ ਨੂੰ। ਕੋਈ ਵਿਸ਼ਾ ਹੈ ਜਿਹੜੇ ਗਾਣੇ ਸੁਣਨੇ, ਗੰਦ ਮੰਦ ਸੁਣਨਾ, ਇੱਕ ਵਿਸ਼ਾ ਕੰਨਾਂ ਦਾ ਸ਼ਬਦ ਰਾਹੀਂ ਸੁਣਨਾ। ਅੱਖਾਂ ਨਾਲ ਮਾੜਾ ਵੇਖਣਾ ਵੀ ਇੱਕ ਵਿਸ਼ਾ ਹੈ। ਇਸ ਕਰਕੇ ਵਿਸ਼ੇ ਨਹੀਂ ਕਹਿਣਾ, ਕੁਵਿਸ਼ੇ ਅਰਥ ਲੈਣਾ। ਭਾਵ ਇੰਦਰੀਆਂ ਦੇ ਜਿਹੜੇ ਕੁਵਿਸ਼ੇ ਮੇਟ ਦਿੱਤੇ ਅਤੇ ਅਗਿਆਨਤਾ ਦਾ ਅੰਧਕਾਰ ਵੀ ਨਾਸ਼ ਕਰ ਦਿੱਤਾ। ਇਉਂ ਜਿਹੜੀ ਹੈ ਕੁਬੁੱਧੀ ਨੂੰ ਆਤਮ ਵਿਸ਼ਾਣੀ ਬੁੱਧੀ ਬਣਾ ਦੇਣਾ ਕੀਤਾ। ਗੌਤਮ ਨਾਰ ਉਧਾਰ ਕਰੀ, ਅਤੇ ਗੋ ਨਾਮ ਹੋ ਗਿਆ ਇੰਦਰੀਆਂ ਦਾ, ਅਤੇ ਤਮ ਕਹੀਏ ਜੋ ਅਗਿਆਨਤਾ ਹੈ, ਅਗਿਆਨ ਹੈ, ਅਤੇ ਤਮ ਨਾਮ ਹੀ ਹਨੇਰੇ ਦਾ ਹੁੰਦਾ। ਇਸ ਕਰਕੇ ਦੋਵੇਂ ਅਰਥ ਦੇ ਵਿੱਚੋਂ ਨਿਕਲ ਜਾਣੇ, ਤਮ ਦੇ ਵਿੱਚੋਂ ਹੀ। ਜੋ ਅਗਿਆਨਤਾ ਦਾ ਅੰਧਕਾਰ ਦੇ ਇਹਦੇ ਨਾਲ ਜੋ ਕੁਬੁੱਧੀ ਰੂਪੀ ਇਸਤਰੀ ਦਾ ਪਾਰ ਉਤਾਰਾ ਕੀਤਾ। ਕਿਉਂਕਿ ਇੰਦਰੀਆਂ ਵੀ ਜਿਹੜੀਆਂ ਕੁਵਿਸ਼ਿਆਂ ਨੂੰ ਗ੍ਰਹਿਣ ਕਰਦੀਆਂ ਸਨ, ਤਮ ਕਹੀਏ ਅਗਿਆਨ ਦੇ ਕਰਕੇ, ਅਤੇ ਉਹ ਉਧਾਰ ਕੀਤਾ। ਇਸ ਤੋਂ ਉਧਾਰ ਕੀਤਾ ਭਾਵ ਅਗਿਆਨਤਾ ਦਾ ਵੀ ਨਾਸ਼ ਕਰ ਦਿੱਤਾ, ਅਤੇ ਇੰਦਰੀਆਂ ਦੇ ਜਿਹੜੇ ਕੁਵਿਸ਼ੇ ਉਹ ਵੀ ਨਾਸ਼ ਕਰ ਦਿੱਤੇ। ਮਿਥਿਲਾ ਪਤ ਕੇ ਜਿਨ ਭੁਵਨ ਸੁਹਾਏ, ਜਿਨ ਦਾ ਅਰਥ ਜਿਸ ਜਾਂ ਜਿਨ੍ਹਾਂ ਗੁਰਾਂ ਨੇ, ਜਿਨ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਜਿਨ ਦਾ ਅਰਥ ਉਂਝ ਜਿਸ ਹੀ ਸਹੀ ਹੈ ਜ਼ਿਆਦਾ, ਕਿਉਂਕਿ ਪੜ੍ਹਨਾ ਬੋਲਣਾ ਸੌਖਾ ਹੋ ਜਾਂਦਾ ਹੈ। ਜਿਨ ਕਹੀਏ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਮਿਥਿਲਾ ਕਹੀਏ ਮਿਥਿਆ ਜੋ ਦੇਹੀ ਹੈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉ ਮੈਂ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ। ਇਹ ਪੰਜਵੀਂ ਅਸ਼ਟਪਦੀ ਪੜ੍ਹ ਲਿਓ, ਉੱਥੇ ਪਤਾ ਸਾਰਾ ਲੱਗ ਜੂ ਮਿਥਿਆ ਕੀ ਹੈ। ਸਭ ਕੁਝ ਹੀ ਮਿਥਿਆ, ਜਗ ਰਚਨਾ ਸਭ ਝੂਠ ਹੈ। ਗੁਰੂ ਸਾਹਿਬ ਜੀ ਜਦੋਂ ਕਹਿੰਦੇ ਫਿਰ ਸਭ ਮਿਥਿਆ ਹੀ ਹੈ। ਵਿਦਾਂਤ ਵੀ ਮਿਥਿਆ ਹੀ ਕਹਿੰਦਾ ਹੈ। ਭਾਵ ਜੋ ਮਿਥਿਆ ਕਹੀਦਾ, ਜੋ ਹੋਵੇ ਨਾ ਤੇ ਦਿਖੇ ਵੀ,
ਭਾਵ ਸੱਚ ਹੋਵੇ ਵੀ ਨਾ ਤੇ ਪ੍ਰਤੀਤ ਵੀ ਹੋਵੇ ਉਹ ਮਿਥਿਆ। ਮਿਥਲਾ ਪਦ ਕੇ ਮਿਥਿਆ ਦੇਹੀ ਹੈ ਨਾ, ਮਿਥਿਆ ਤਨ ਕੁਟੰਬ। ਮਿਥਿਆ ਦੇਹੀ ਦਾ ਪਤ ਕਹੀਏ ਜੋ ਪਤੀ ਹੈ ਉਹ ਕੌਣ ਹੈ? ਉਹ ਮਨ। ਤੇ ਇਸ ਮਨ ਦੇ ਕਿਹੜਾ ਅਰਥ ਦੇ? ਮਨ ਦੇ ਜਿਨ ਕਹੀਏ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਭਉਣ। ਮਨ ਦਾ ਹੁਣ ਘਰ ਕਿਹੜਾ? ਉਹ ਹੈ ਅੰਤःਕਰਨ। ਤੇ ਉਹ ਉਂਝ ਤੇ ਮਨ ਗੁਰੂ ਸਾਹਿਬ ਕਹਿੰਦੇ 72 ਘਰ ਇੱਕ ਪੁਰਖ ਸਮਾਇਆ, ਵੀ 72 ਘਰ ਹੈ ਇੱਕ ਪੁਰਖ ਸਮਾਇਆ। ਇਹ ਮਨ 72 ਕੋਠੜੀਆਂ ਸਰੀਰ ਦੇ ਵਿੱਚ ਥਾਂ ਥਾਂ ਜਾ ਕੇ ਇੱਧਰ ਉੱਧਰ ਫਿਰਦਾ ਰਹਿੰਦਾ, ਭੱਜਿਆ ਹੀ ਫਿਰਦਾ। ਪਰ ਇਹਦਾ ਅਸਲੀ ਟਿਕਾਣਾ ਉਹ ਕੀ ਹੈ? ਅੰਤःਕਰਨ, ਚਿੰਤੁਸ਼ਟਾ ਅੰਤःਕਰਨ, ਹਿਰਦਾ ਜਿਹਨੂੰ ਆਪਾਂ ਕਹਿੰਦੇ ਹਿਰਦਾ ਜਿਹਨੂੰ ਕਹਿੰਦੇ ਹਾਂ ਗੁਰਬਾਣੀ ਵਿੱਚ, ਉਹ ਹੈ ਇਹਦਾ ਘਰ। ਉਸ ਮਿਥਿਆ ਦੇਹੀ ਦਾ ਪਤੀ ਮਨ, ਉਹਦਾ ਜਿਹੜਾ ਅੰਤःਕਰਨ ਰੂਪੀ ਘਰ ਹੈ ਉਸ ਨੂੰ ਸੋਭਨੀਕ ਗੁਰੂ ਮਹਾਰਾਜ ਜੀ ਨੇ ਬਣਾ ਦਿੱਤਾ ਹੈ। ਕਿੱਦਾਂ? ਇੱਕ ਤਾਂ ਅਗਿਆਨ ਦਾ ਹਨੇਰਾ ਨਾਸ਼ ਕਰਕੇ, ਉਹ ਵੀ ਤਾਂ ਹਿਰਦੇ 'ਚ ਹੀ ਹੈ ਨਾ ਅਗਿਆਨ, ਅਤੇ ਹਿਰਦੇ ਵਿੱਚੋਂ ਹੀ ਮਨ ਵਿੱਚੋਂ ਹੀ ਬਿਰਤੀਆਂ ਨਿਕਲ ਕੇ ਅੱਖਾਂ ਰਾਹੀਂ, ਕੰਨਾਂ ਰਾਹੀਂ, ਰਸਨਾ ਰਾਹੀਂ, ਚਮੜੀ ਰਾਹੀਂ ਉਹ ਵਿਸ਼ੇ ਕਰਦੀਆਂ ਅਤੇ ਉਹ ਵਿਸ਼ੇ ਵੀ ਮੇਟ ਦਿੱਤੇ, ਅਗਿਆਨ ਵੀ ਨਾਸ਼ ਕਰ ਦਿੱਤਾ। ਅਤੇ ਅੰਤःਕਰਨ ਰੂਪੀ ਘਰ ਮਨ ਦਾ ਜਿਹੜਾ ਸੁਹਾਏ ਕਹੀਏ ਸੋਭਨੀਕ ਬਣਾ ਦਿੱਤਾ। ਸੀਯ ਸਮੇਤ ਨਮੋ ਤਿਨ ਕੋ। ਸੀਯ ਕਹੀਏ ਸੀਤਾ ਮਾਤਾ, ਉਧਰ ਅਰਥ ਇੱਥੇ ਸੀਰੀ ਕਿਹੜੀ ਹੈ? ਸਰਦਾ ਰੂਪੀ ਜੋ ਸੀਤਾ ਹੈ ਉਸ ਦੇ ਸਮੇਤ ਕਹੀਏ ਨਾਲ ਨਮੋ ਤਿਨ ਕੋ, ਉਹਨਾਂ ਗੁਰਾਂ ਨੂੰ, ਭਾਵ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੀ ਕਵੀ ਦੀ ਨਮਸਕਾਰ ਹੈ। ਜਾਂ ਜਿਹੜੇ ਪਰਮਾਰਥ ਦਾ ਅਰਥ ਕਰ ਲੈਂਦੇ ਉਹ ਮਹਾਂਪੁਰਸ਼ ਕਹਿੰਦੇ ਐਸੀ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਸਾਡੀ ਨਮਸਕਾਰ ਹੈ, ਜੋ ਸ਼ਰਧਾ ਰੂਪੀ, ਸ਼ਾਂਤੀ ਰੂਪੀ, ਭਾਵਨਾ ਰੂਪੀ ਸੀਤਾ ਦੇ ਸਮੇਤ ਹਨ। ਸਤਿਗੁਰੂ ਮਹਾਰਾਜ ਸ਼ੁਭ ਗੁਣ ਜਿੰਨੇ ਲਾ ਲਓ ਸਭ ਸੀਤਾ ਹੀ ਹੈ। ਕਰੁਣਾ, ਮੁਦਤਾ, ਮੈਤਰੀ, ਉਪੇਖਿਆ ਇਹ ਸੀਤਾ ਹੈ। ਇਹ ਸੀਤਾ ਦੇ ਸਮੇਤ ਜੋ ਗੁਰੂ ਨਾਨਕ ਸਾਹਿਬ ਜੀ ਸੁਭਾਏਮਾਨ ਹੋ ਰਹੇ ਹਨ ਉਹਨਾਂ ਨੂੰ ਸਾਡੀ ਨਮਸਕਾਰ ਹੈ। ਇੱਕ ਆਸਨ ਬੈਠ ਮਹਾਂ ਹਰਿ ਖਾਏ, ਜਿਨ੍ਹਾਂ ਦੀ ਕਿਰਪਾ ਤੇ ਸਦਕਾ ਸਿੱਖ ਜਿਹੜੇ ਹੈ ਇੱਕ ਕਹੀਏ ਏਕਤਾ ਰੂਪੀ ਆਸਣ ਦੇ ਉੱਪਰ, ਜਿਹੜੀ ਏਕਤਾ ਰੂਪ ਵਿੱਚ ਰਹਿਣਾ, ਜਾਂ ਜੀਵ ਈਸ਼ ਦੀ ਏਕਤਾ ਰੂਪੀ ਆਸਣ ਦੇ ਉੱਪਰ ਬੈਠੇ ਹੋਏ, ਬੈਠ ਕਹੀਏ ਸਥਿਤ ਹੋ ਕੇ ਬਹੁਤ ਹਰਖਾਏ ਕਹੀਏ ਆਨੰਦ ਨੂੰ ਪ੍ਰਾਪਤ ਕਰਦੇ ਹਨ। ਇਹ ਅਰਥ ਹੈ। ਦੂਸਰਾ ਅਰਥ ਜਿਹੜਾ ਰਾਮ ਕੌਣ ਹੈ? ਸਾਧ ਸੰਗਤ ਜੀ, ਉਹ ਰਾਮ ਹਨ ਪਰਮੇਸ਼ਰ ਵਾਹਿਗੁਰੂ ਜੋ ਰਮੰਤੀ ਰਾਮਾ ਹੈ। ਸੀਯ ਸਮੇਤ ਨਮੋ ਤਿਨ ਕੋ, ਜੋ ਰਮੰਤੀ ਰਾਮਾ ਹੈ ਨਾ, ਜਿਹੜਾ ਰਮਤ ਰਾਮ ਸਭ ਰਹਿਓ ਸਮਾਏ, ਰਾਮ ਰਾਮ ਸੰਗ ਕਰ ਵਿਵਹਾਰ, ਉਸ ਰਾਮ ਦੀ ਗੱਲ ਹੈ ਇੱਥੇ। ਉਹ ਵੀ ਅਰਥ ਲੱਗ ਜਾਂਦਾ ਹੈ ਪਰਮੇਸ਼ਰ ਦੇ ਸੰਬੰਧ ਵਿੱਚ ਕਿ ਚੇਤ ਕਰੇ ਜਿਨ ਸਾਗਰ ਪੇ, ਜਿਸ ਉਸ ਰਮੰਤੀ ਰਾਮਾ ਪਰਮੇਸ਼ਰ ਜਿਹੜਾ ਰਮਤ ਰਾਮ ਸਭ ਰਹਿਓ ਸਮਾਏ। ਇੱਕ ਤੇ ਰਾਮ ਉਹ ਕੇ ਵਿਦਵਾਨ ਨੇ ਲਿਖਿਆ ਹੈ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮਹਿ ਰੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭਹੂ ਤੇ ਨਿਆਰਾ। ਉਹ ਜੋ ਰਮਤ ਰਾਮ ਸਭ ਰਹਿਓ ਸਮਾਏ ਜੋ ਗੁਰੂ ਅਰਜਨ ਸਾਹਿਬ ਜੀ ਲਿਖਦੇ, ਉਹਨਾਂ ਦਾ ਉਸ ਅਕਾਲ ਪੁਰਖ ਦਾ ਵੀ ਅਰਥ ਲੱਗ ਜਾਂਦਾ ਹੈ। ਉਹ ਇਹ ਹੈ। ਤੀਸਰਾ ਅਰਥ ਸੇਤ ਕਰੇ ਜਿਨ ਸਾਗਰ ਪੈ,
ਜਿਨ ਕਹੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਸਮੁੰਦਰ ਦੇ ਉੱਪਰ ਆਪਣਾ ਨਾਮ ਰੂਪੀ ਜਸ ਰੂਪੀ ਭਾਵ ਭਗਤੀ ਰੂਪੀ ਪੁਲ ਬੰਨਣਾ ਕੀਤਾ ਹੈ। ਸਭ ਦੇਵਨ ਕੇ ਦੁਖ ਦੂਰ ਮਿਟਾਏ, ਸੰਤ ਭਗਤ ਪਿਆਰੇ। ਜੋ ਸਾਰੇ ਵਾਹਿਗੁਰੂ ਦੇ ਦੇਵਤੇ ਹੈ ਜਾਂ 33 ਕਰੋੜ ਦੇਵਤੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇੰਦਰ, ਸਾਰੇ ਜਿੰਨੇ ਦੇਵਤੇ ਹੈ, 96 ਕਰੋੜ ਦੇਵੀਆਂ, ਜਿੰਨੇ ਵੀ ਵੱਡੇ ਵੱਡੇ ਤਪਸਵੀ ਤਪੀਸ਼ਰ ਜੋਗੀ ਜੰਗਮ ਇਹ ਦੇਵਤੇ ਹਨ ਸ਼ੁਭ ਗੁਣਾਂ ਵਾਲੇ, ਸਾਰੇ ਇਹਨਾਂ ਮਹਾਂਪੁਰਸ਼ਾਂ ਤਤ ਬੇਤੇ ਭਗਤਾਂ ਦੇ ਦੁੱਖ ਦੂਰ ਮਿਟਾਏ। ਗਿਆਨ ਰੂਪੀ ਰਾਵਣ ਕੇ 10 ਸੀਸ ਕੱਟੇ। ਅਤੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਅਗਿਆਨ ਰੂਪੀ ਹੰਕਾਰ ਰੂਪੀ ਰਾਵਣ ਦੇ 10 ਸੀਸ ਕੱਟੇ, 5 ਤੇ ਕੋਈ ਵਿਸ਼ੇ 5 ਵਿਕਾਰ ਇਹ ਸੀਸ ਕੱਟੇ। ਜਾਂ ਜਿਸ ਉਸ ਰਮੰਤੀ ਰਾਮ ਵਾਹਿਗੁਰੂ ਨੇ ਰਾਵਣ ਦੇ ਪ੍ਰਤੱਖ ਭਾਵ ਤ੍ਰੇਤੇ ਦੇ ਵਿੱਚ ਰਾਮਚੰਦਰ ਰੂਪ ਹੋ ਗਏ ਅਤੇ 10 ਸੀਸ ਕੱਟੇ। ਸੋ ਵਿਭੀਖਣ ਕੇ ਸਿਰ ਛਤਰ ਫਰਾਏ। ਅਤੇ ਜਿਸ ਅਕਾਲ ਪੁਰਖ ਨੇ ਰਾਮਚੰਦਰ ਰੂਪ ਹੋ ਕੇ ਆਪਣੇ ਭਗਤ ਵਿਭੀਖਣ ਦੇ ਸਿਰ ਉੱਪਰ ਛਤਰ ਫਰਾਇਆ, ਛਤਰ ਚਲਾ ਦਿੱਤਾ। ਰਾਮਚੰਦ ਮਾਰਿਓ ਹੈ ਰਾਵਣ, ਭੇਦ ਵਿਭੀਖਣ ਗੁਰਮੁਖ ਪਰਚਾਇਣ, ਲੰਕਾ ਲੂਟੀ ਦੈਤ ਸੰਤਾਪੇ। ਉਹ ਗੁਰੂ ਸਾਹਿਬ ਦੇ ਬਚਨ ਵੀ ਆਉਂਦੇ ਹੈ, ਕਿਉਂਕਿ ਇਹ ਵਾਹਿਗੁਰੂ ਦੀ ਸੱਤਾ ਕਰਕੇ ਹੀ ਹੈ ਨਾ ਰਾਮਚੰਦਰ ਜੀ, ਉਹ ਪਰਮੇਸ਼ਰ ਦੀ ਸੱਤਾ ਅਤੇ ਤਾਂ ਹੀ ਹੈ ਨਾ ਰਾਮਚੰਦਰ ਜੀ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਰਥ ਲੱਗਦਾ ਹੈ ਗੌਤਮ ਨਾਲ ਉਧਾਰ ਕਰੀ। ਫਿਰ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਗੌਤਮ ਰਿਖੀ ਦੀ ਇਸਤਰੀ ਅਹਿਲਿਆ ਦਾ ਉਧਾਰ ਕੀਤਾ ਰਾਮਚੰਦਰ ਰੂਪ ਹੋ ਕੇ। ਮਿਥਿਲਾ ਪਤ ਕੇ ਜਿਨ ਭਉਣ ਸੁਹਾਏ, ਮਿਥਿਲਾਪਤੀ ਦਾ ਰਾਜਾ ਜਨਕ ਅਤੇ ਜਿਸ ਦੇ ਘਰ ਜਿਸ ਵਾਹਿਗੁਰੂ ਨੇ ਰਾਮਚੰਦਰ ਰੂਪ ਹੋ ਕੇ ਅਤੇ ਘਰ ਨੂੰ ਸੋਭ ਨੇ ਕੀਤਾ ਸੀਤਾ ਮਾਤਾ ਨੂੰ ਵਿਆਹ ਕੇ। ਸੀਸ ਸਮੇਤ ਨਮੋ ਤਿਨ ਕੋ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਹੈ ਜੋ ਰਾਮਚੰਦਰ ਰੂਪ ਹੋ ਕੇ ਸੀਤਾ ਦੇ ਸਮੇਤ ਸੁਭਾਏਮਾਨ ਹੋ ਕੇ ਇੱਕ ਆਸਨ ਬੈਠ ਮਹਾਂ ਹਰਖਾਏ। ਇੱਕ ਆਸਨ 'ਤੇ ਬੈਠ ਕੇ ਬਹੁਤ ਹਰਖਾਏ ਪ੍ਰਸੰਨ ਹੋ ਰਹੇ ਹਨ। ਵਾਹਿਗੁਰੂ ਦੀ ਇਹਦਾ ਅਰਥ ਇਹ ਨਹੀਂ ਸਮਝ ਲੈਣਾ ਕਿ ਰਾਮਚੰਦਰ ਜੀ ਦੇ ਉੱਪਰ ਤੀਸਰਾ ਅਰਥ ਕੀਤਾ ਹੈ। ਉਹ ਇਸ ਪੱਖ ਨਾਲ ਕੀਤਾ ਜਿਵੇਂ ਭੱਟ ਸਾਹਿਬਾਨ ਕਹਿੰਦੇ ਹੈ, ਸਤਿਯੁਗ ਤੈ ਮਾਣਿਓ ਸ਼ੈਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਹੈ ਜਨ ਦੀਓ। ਕਿਉਂਕਿ ਅਸੀਂ ਆਪ ਹੀ ਤਾਂ ਕਹਿੰਦੇ ਕਿ ਸਭ ਵਿੱਚ ਪਰਮੇਸ਼ਰ ਸਮਾਇਆ ਹੋਇਆ, ਇਸ ਕਰਕੇ ਸ਼੍ਰੀ ਰਾਮਚੰਦਰ ਭਗਵਾਨ ਵੀ ਤਾਂ ਪਰਮੇਸ਼ਰ ਤੋਂ ਬਾਹਰੇ ਨਹੀਂ ਹੈ ਨਾ, ਉਹਨਾਂ ਦੇ ਵਿੱਚ ਵੀ ਉਹ ਪਰਮੇਸ਼ਰ ਹੀ ਸੁਭਾਏਮਾਨ ਹੈ, ਅੰਦਰ ਜਿਹੜੀ ਸੱਤਾ ਹੈ। ਇਸ ਕਰਕੇ ਸੱਤਾ ਦੇ ਨਾਲ ਇਹ ਅਰਥ ਲੱਗ ਜਾਂਦਾ ਹੈ। ਹੋਰ ਵੀ ਅਰਥ ਜੇ ਸੱਤਾ ਦੇ ਮੁਤਾਬਕ ਲਾਉਣਾ ਵੀ ਵਾਹਿਗੁਰੂ ਦੀ ਜਿਹੜੀ ਸੱਤਾ ਹੈ ਉਹ ਵੀ ਲੱਗ ਜਾਂਦਾ ਹੈ। ਸੌਖੇ ਢੰਗ ਨਾਲ ਕਿ ਰਮੰਤੀ ਜੋ ਵਿਆਪਕ ਹੈ ਬ੍ਰਹਮ, ਉਹ ਹੈ ਰਾਮ ਅਤੇ ਸੀਤਾ ਕੀ ਹੈ ਮਾਇਆ। ਨਾ ਸੀਸ ਸਮੇਤ ਨਮੋ ਤਿਨ ਕੋ, ਉਸ ਰਮੇ ਹੋਏ ਪਰਮੇਸ਼ਰ ਨੂੰ ਨਮਸਕਾਰ ਹੈ ਜੋ ਸੀਸ ਸਮੇਤ, ਜੋ ਕਹੀਏ ਮਾਇਆ ਰੂਪੀ ਸੀਤਾ ਦੇ ਸਮੇਤ ਇੱਕ ਆਸਨ ਬੈਠ ਮਹਾਂ ਹਰਖਾਏ। ਇੱਕ ਆਸਨ ਜਿਹੜਾ ਅੰਤ ਹੈ ਕਾਰਨ ਹੈ, ਉਹਦੇ ਵਿੱਚ ਬੈਠ ਕੇ ਮਹਾਂ ਬਹੁਤ ਪ੍ਰਸੰਨ ਹੋ ਰਹੇ ਹੈ। ਹਿਰਦੇ ਵਿੱਚ ਹੀ ਮਾਇਆ ਦਾ ਵਾਸਾ ਹੈ, ਕਿਉਂਕਿ ਹਿਰਦਾ ਮਾਇਆ ਤੋਂ ਹੀ ਬਣਿਆ ਹੈ ਨਾ, ਅਤੇ ਹਿਰਦੇ ਵਿੱਚ ਹੀ ਵਸੀ ਰੱਬ ਹਿਆਲੀ ਜੰਗਲ ਕਿਆ ਢੂੰਡੇ ਹੈ, ਭਗਤ ਮਹਾਰਾਜ ਕਹਿੰਦੇ ਹੈ। ਇਸ ਤਰ੍ਹਾਂ ਜੋ ਪ੍ਰਸੰਨ ਹੋ ਰਿਹਾ ਹੈ, ਐਸੇ ਰਮੰਤੀ ਰਾਮ ਪਰਮੇਸ਼ਰ ਨੂੰ ਨਮਸਕਾਰ ਹੈ, ਨਮਸਕਾਰ ਹੈ। ਐਵੇਂ ਕਵੀ ਸਾਹਿਬ ਜੀ ਨੇ ਮੰਗਲ ਕੀਤਾ, ਜਿੰਨੀ ਕੁ ਸਾਨੂੰ
ਗੁਰੂ ਸਾਹਿਬ ਜੀ ਨੇ ਸਮਝ ਪਾਈ ਹੈ, ਉਹ ਸੰਪਰਦਾਈ ਅਰਥ ਜਿਵੇਂ ਬਣਦਾ ਹੈ ਉਹ ਵੀ ਆਪਾਂ ਸਰਵਣ ਕਰ ਲਿਆ ਹੈ। ਇਵੇਂ ਜਿਹੜੇ ਹੈ ਅਰਥ ਇਹ ਹੋਇਆ ਹੈ ਪਹਿਲੇ ਮੰਗਲ ਦਾ, ਜੋ ਸ਼੍ਰੀ ਰਾਮ ਚੰਦਰ ਭਗਵਾਨ ਦਾ ਕੀਤਾ ਹੈ। ਅਤੇ ਜਿਵੇਂ ਇਹ ਗ੍ਰੰਥ ਕਵੀ ਸਾਹਿਬ ਜੀ ਨੇ ਜਿਹਦਾ ਨਾਮ ਦਿੱਤਾ ਆ ਭਾਵ ਰਸਾਮ੍ਰਿਤ, ਉਹਦੇ ਆਪਾਂ ਅਰਥ ਪੜ੍ਹ ਸੁਣ ਲਏ। ਅੱਜ ਬੀਜ ਮੰਤਰ ਮੰਗਲ ਦਾ ਅਰਥ ਕਰ ਲਿਆ ਹੈ, ਸਵਈਏ ਪਹਿਲੇ ਦਾ ਅਰਥ ਕਰ ਲਿਆ ਹੈ। ਇਹ ਥੋੜ੍ਹਾ ਵਿਸਥਾਰ ਨਾਲ ਹੈ, ਅੱਗੇ ਜਾ ਕੇ ਆਪਾਂ ਜਿਹੜਾ ਹੈ ਥੋੜ੍ਹਾ ਛੇਤੀ ਨਾਲ ਕਰ ਲਵਾਂਗੇ, ਕਿਉਂਕਿ ਮੰਗਲ ਥੋੜ੍ਹਾ ਕਠਿਨ ਹੈ ਵਿਦਿਆਰਥੀ ਰੂਪ ਵਿੱਚ ਸਰਵਣ ਕਰਨਾ। ਜਿਹੜਾ ਦੂਸਰਾ ਅਰਥ ਪਹਿਲਾਂ ਤਾਂ ਚਲੋ ਕਰ ਲਈਦਾ ਹੈ। ਹੁਣ ਆਪਾਂ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਹੈ ਉਹ ਆਪਾਂ ਜਿਹੜਾ ਹੈ ਕਰਾਂਗੇ। ਕਵੀ ਸਾਹਿਬ ਜੀ ਗੁਰੂ ਨਾਨਕ ਸਾਹਿਬ ਆਪਣੇ ਇਸ਼ਟ ਪ੍ਰਤੀ ਪ੍ਰੇਮ ਜਤਾਉਂਦੇ ਹੋਏ ਹੁਣ ਮੰਗਲ ਕਰ ਰਹੇ ਗੁਰੂ ਨਾਨਕ ਸਾਹਿਬ ਜੀ ਦਾ। ਸਵਈਆ ਕਲ ਕੇ ਸਭ ਦੁਖ ਨਿਵਾਰਨ ਕੋ। ਕਲ ਕੇ, ਕਲ ਨਾਮ ਕਲਯੁਗ ਦਾ ਹੈ ਅਤੇ ਕੇ ਅਰਥ ਹੈ ਦੇ, ਸਭ ਸਾਰੇ ਦੁੱਖ ਕਹੀਏ ਕਸ਼ਟ, ਨਿਵਾਰਨ ਨਿਵਰਤ ਜਾਂ ਦੂਰ ਕਰ, ਦੂਰ ਕੋ ਦਾ ਅਰਥ ਨੂੰ ਭਵ ਤਾਰਨ। ਭਵ ਜੋ ਸੰਸਾਰ ਸਮੁੰਦਰ ਹੈ ਉੱਥੋਂ ਤਾਰਨ ਪਾਰ ਕਰ ਲਈ, ਜੋ ਜਗ ਭੀਤਰ ਆਏ, ਜੋ ਸੰਸਾਰ ਦੇ ਵਿੱਚ ਆਏ। ਇਵੇਂ ਕਲ ਕੇ ਸਭ ਦੁੱਖ ਨਿਵਾਰਨ ਕੋ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਦਾ ਮੰਗਲ ਕਰਦੇ ਹੋਏ ਕਵੀ ਜੀ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਲ ਕਹੀਏ ਜੋ ਕਲਯੁਗ ਦੇ ਅੰਦਰ ਸਭ ਕਹੀਏ ਸਾਰੀ ਦੁਨੀਆ ਦੇ ਅਤੇ ਸਭ ਕਹੀਏ ਸਾਰੇ ਦੁੱਖ ਕਹੀਏ ਦੋਸ਼ ਗੁਨਾਹ ਕਸ਼ਟ ਇਹਨਾਂ ਨੂੰ ਨਿਵਰਤ ਕਰਨ ਦੇ ਲਈ ਭਵ ਤਾਰਨ ਅਤੇ ਭਵ ਨਾਮ ਸੰਸਾਰ ਦਾ, ਸੰਸਾਰ ਤੋਂ ਪਾਰ ਉਤਾਰਾ ਕਰਨ ਲਈ ਜਗ ਭੀਤਰ ਆਏ, ਜੋ ਸੰਸਾਰ ਦੇ ਵਿੱਚ ਆਏ ਹਨ। ਭਵ ਤਾਰਨ ਕਿ ਜਿਹੜੇ ਕਲਯੁਗੀ ਜੀਵ ਹੈ ਉਹਨਾਂ ਨੂੰ ਨਾਮ ਭਗਤੀ ਦੇ ਰਸਤੇ 'ਤੇ ਪਾ ਕੇ ਅਤੇ ਸੰਸਾਰ ਸਮੁੰਦਰ ਤੋਂ ਤਾਰਨ ਕਹੀਏ ਪਾਰ ਉਤਾਰਾ ਕਰਨ ਲਈ, ਮੁਕਤੀ ਰੂਪੀ ਕਿਨਾਰੇ 'ਤੇ ਪਹੁੰਚਾਉਣ ਲਈ ਜੋ ਜਗ ਸੰਸਾਰ ਦੇ ਭੀਤਰ ਕਹੀਏ ਵਿੱਚ ਆਏ ਹਨ। ਜਗ ਜੀਰਨ ਸਾਧਨ ਦੂਰ ਕਰੇ। ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਜੋ ਸੰਸਾਰ ਵਿੱਚ ਜੀਰਨ ਕਹੀਏ ਪੁਰਾਣੇ ਜਿਹੜੇ ਸਾਧਨ ਹੋ ਗਏ ਸਨ ਕਿ ਪੰਜ ਧੂਣੀਆਂ ਲਾਉਣੀਆਂ ਚਾਰੇ ਪਾਸੇ, ਪੰਜਵੀਂ ਜੇਠ ਹਾੜ ਦੀ ਧੁੱਪ, ਜਲ ਧਾਰੇ ਕਰਨੇ ਕੰਠ ਤੱਕ ਵਿੱਚ ਪਾਣੀ 'ਚ ਬਹਿ ਕੇ ਜਾਂ ਖੜ ਕੇ, ਪੁੱਠੇ ਲਟਕਣਾ, ਕਪਾਲੀ ਆਸਣ, ਖੂਹ 'ਚ ਲਟਕਣਾ, ਭੁੱਖੇ ਰਹਿਣਾ, ਨੰਗੇ ਪੈਰੀ ਰਹਿਣਾ, ਛੱਤ ਤੋਂ ਬਿਨਾਂ ਰਹਿਣਾ, ਇਵੇਂ ਬਹੁਤ ਸਾਧਨ ਜਿਹੜੇ ਤਰ੍ਹਾਂ ਤਰ੍ਹਾਂ ਦੇ। ਜਗ ਜੀਰਨ ਸਾਧਨ ਦੂਰ ਕਰੇ। ਸੰਸਾਰ ਦੇ ਵਿੱਚ ਜਿੰਨੇ ਵੀ ਪੁਰਾਣੇ ਸਾਧਨ ਹੋ ਗਏ ਸਨ ਜੋ ਦੱਸੇ ਹੋਏ ਉਪਰੋਕਤ ਹੁਣੇ ਹੀ, ਅਤੇ ਇਹ ਦੂਰ ਕਰ ਦਿੱਤੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ। ਦ੍ਰਿੜ ਸਾਧਨ ਰਮ ਹੈ ਨਾਮ ਬਤਾਏ। ਅਤੇ ਇਸ ਕਲਯੁਗ ਦੇ ਵਿੱਚ ਭਿਆਨਕ ਸਮੇਂ ਤੋਂ ਬਚਣ ਲਈ ਇੱਕੋ ਹੀ ਇੱਕ ਰਮ ਹੈ ਕਹੀਏ ਜੋ ਪਰਮਾਤਮਾ ਦਾ ਨਾਮ ਹੈ। ਇਹੋ ਦ੍ਰਿੜ ਕਹੀਏ ਪੱਕਾ ਸਾਧਨ ਦੱਸਿਆ ਹੈ, ਬਤਾਏ ਕਹੀਏ ਦੱਸਿਆ ਹੈ। ਅਤੇ ਸਤਿਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦਿੜੇ ਕਰ ਕੇਵਲ ਨਾਮ ਆਧਾਰ।
ਕੇਵਲ ਕਲਯੁਗ ਦੇ ਵਿੱਚ ਨਾਮ ਹੀ ਆਸਰਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹੁ ਬੋਵਹੁ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲਹੁ ਭੁੱਲਹੁ। ਕਲ ਮਹਿ ਰਾਮ ਨਾਮ ਸਾਰ, ਜੁਗ ਚਾਰੇ ਨਾਮ ਵਡਿਆਈ ਹੋਈ। ਨਾਮ ਦੀ ਜੁਗਾਂ ਚਾਰਿਆਂ 'ਚ ਵਡਿਆਈ ਹੈ। ਅਤੇ ਗੁਰੂ ਸਾਹਿਬ ਜੀ ਨੇ ਹੁਣ ਉਮਰ ਥੋੜ੍ਹੀ ਜਾਣ ਕੇ ਵੀ 100 ਸਾਲ ਉਮਰ ਹੈ, ਮਹਾਂ ਹੀ ਕਿਸੇ ਦੀ ਹੋਈ, ਜਿਸ ਕਰਕੇ ਇਕੱਲਾ ਨਾਮ ਹੀ ਬਖਸ਼ਿਆ ਵੀ ਨਾ ਇਹਨਾਂ ਨੇ ਜਗ ਕਰਨਾ, ਨਾ ਕੋਈ ਜੋਗ ਹੋਣਾ, ਨਾ ਪੂਜਾ ਹੋਣੀ ਹੈ, ਅਤੇ ਇੰਨੇ ਸਾਲਾਂ 'ਚ ਕਰਨਗੇ ਕੀ। ਅਤੇ ਇੱਕ ਨਾਮ ਨੂੰ ਹੀ ਦ੍ਰਿੜ ਸਾਧਨ ਪੱਕਾ ਦੱਸਿਆ ਵੀ ਇਹ ਨਾਮ ਜਪੋ ਭਾਈ, ਕਲਯੁਗ ਦੇ ਵਿੱਚ ਇੱਕ ਨਾਮ ਰੂਪੀ ਬੀਜ ਹੀ ਬੀਜੋ, ਤੁਸੀਂ ਪਾਰ ਉਤਾਰਾ ਹੋਊ। ਅਤੇ ਸੰਸਾਰ ਦੇ ਜਿੰਨੇ ਜੀਰਣ ਸਾਧਨ ਪੁਰਾਣੇ ਸਾਧਨ ਸਾਰੇ ਦੂਰ ਕਰੇ ਕਹੀਏ ਕੀਤੇ। ਧੂਣੀਆਂ ਤਖਾਉਣੀਆਂ ਜਲ ਧਾਰੇ ਕਰਨੇ ਕਪਾਲੀ ਆਸਨ, ਪੁੱਠੇ ਲਟਕਣਾ ਭੁੱਖੇ ਰਹਿਣਾ ਦੂਰ ਕੀਤੇ ਸਾਧਨ ਕਠਨ। ਅਤੇ ਦ੍ਰਿੜ ਸਾਧਨ ਰਾਮ ਹੈ ਨਾਮ ਬਤਾਏ, ਇੱਕ ਪਰਮਾਤਮਾ ਦਾ ਨਾਮ ਹੀ ਦ੍ਰਿੜ ਕਹੀਏ ਪੱਕਾ ਸਾਧਨ ਦੱਸਿਆ। ਤਜ ਭੋਗ ਰਮੇ ਹਰ ਮਾਹੇ ਭਲੇ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਜਿਹੜੇ ਵਿਸ਼ੇ ਪਦਾਰਥਾਂ ਨੂੰ ਤਜ ਕਹੀਏ ਤਿਆਗ ਕੇ, ਭਲੇ ਕਹੀਏ ਚੰਗੀ ਤਰ੍ਹਾਂ ਭਲੀ ਪ੍ਰਕਾਰ ਪਰਮਾਤਮਾ ਦੇ ਵਿੱਚ ਮਿਲੇ ਹੋਏ ਸਨ, ਅਥਵਾ ਜਿਹੜੇ ਸਿੱਖ ਸੰਸਾਰ ਦੇ ਵਿਸ਼ੇ ਭੋਗ ਤਿਆਗ ਕੇ ਹਰੀ ਦੇ ਸਰੂਪ ਵਿੱਚ ਭਲੀ ਪ੍ਰਕਾਰ ਰੰਗੇ ਗਏ ਹਨ। ਸਭ ਸੇਵਕ ਕੇ ਦੁੱਖ ਦੂਰ ਮਿਟਾਏ। ਉਹਨਾਂ ਸਭ ਕਹੀਏ ਸਾਰੇ ਸੇਵਕ ਦਾਸਾਂ ਦੇ ਜਿਹੜੇ ਦੁੱਖ ਦੂਰ ਗੁਰੂ ਜੀ ਨੇ ਦੂਰ ਕਰਕੇ ਮਿਟਾਏ ਕਹੀਏ ਨਾਸ ਕਰ ਦਿੱਤੇ। ਤਜ ਭੋਗ ਰਮੇ ਹਰ ਮਾਹੇ ਭਲੇ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਸਿੱਖਿਆ ਦਿੱਤੀ ਅਤੇ ਉਹ ਸੇਵਕ ਭਲੇ ਚੰਗੀ ਤਰ੍ਹਾਂ ਹਰ ਮਾਏ ਪਰਮੇਸ਼ਰ ਦੇ ਵਿੱਚ ਰਮੇ ਕਹੀਏ ਮਿਲ ਗਏ। ਸਾਰੇ ਤਜ ਭੋਗ, ਸਾਰੇ ਪਦਾਰਥਾਂ ਦੇ ਭੋਗਾਂ ਨੂੰ ਵਿਸ਼ਿਆਂ ਨੂੰ ਛੱਡ ਕੇ ਅਤੇ ਸਭ ਸੇਵਕ ਕੇ ਦੁੱਖ ਦੂਰ ਮਿਟਾਏ, ਆਪਣੇ ਸਾਰੇ ਸੇਵਕਾਂ ਦੇ ਦੁੱਖ ਦੂਰ ਮਿਟਾਏ ਨਾਸ ਕਰ ਦਿੱਤੇ। ਜਿਹੜੇ ਇਸ ਤਰ੍ਹਾਂ ਵਾਹਿਗੁਰੂ ਦੇ ਵਿੱਚ ਭਲੀ ਪ੍ਰਕਾਰ ਹੀ ਰਮੇ ਮਿਲ ਗਏ ਸਨ। ਕਰੁਣਾ ਨਿਧ ਨਾਨਕ ਕੇ ਪਦ ਮੰਜ਼ਲ, ਪਦ ਮੰਜ਼ਲ ਕਰੁਣਾ ਨਿਧ, ਕਰੁਣਾ ਕਹੀਦਾ ਮਿਹਰ ਨੂੰ, ਨਿਧ ਸਮੁੰਦਰ ਜਾਂ ਖਜ਼ਾਨਾ। ਅਤੇ ਗੁਰੂ ਨਾਨਕ ਸਾਹਿਬ ਦੇ ਪਦ ਮੰਜ਼ਲ ਜਿਹੜੇ ਪਦ ਚਰਨ ਹੈ ਅਤੇ ਉਹ ਮੰਜ਼ਿਲ ਕਹੀਏ ਬੜੇ ਉੱਜਲ। ਐਸੇ ਮਿਹਰ ਦੇ ਸਮੁੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਕਹੀਏ ਦੇ ਪਦਮ ਚਰਨ ਕਮਲ ਹਨ, ਬੜੇ ਉੱਜਲ ਹਨ। ਬੰਦਤ ਹੋ ਮਮ ਨੀਤ ਸਹਾਏ। ਕਵੀ ਸਾਹਿਬ ਜੀ ਕਹਿੰਦੇ ਹੈ ਐਸੇ ਚਰਨਾਂ ਦੇ ਉੱਪਰੋਂ ਮੈਂ ਬੰਦਤ ਹੂੰ। ਮੈਂ ਹੋਣ ਦਾ ਅਰਥ ਮੈਂ ਕਵੀ ਹਮੇਸ਼ਾ ਬੰਦਤ ਨਮਸਕਾਰ ਕਰਦਾ ਹਾਂ। ਜੋ ਮਮ ਨੀਤ, ਜੋ ਮੇਰੇ ਨੀਤ ਕਹੀਏ ਨਿਤਾ ਪ੍ਰਤੀ ਸਹਾਇਕ ਸਹਾਇਤਾ ਕਰਨ ਵਾਲੇ ਹੈ, ਸਹਾਇਕ ਕਹੀਏ ਮਦਦਗਾਰ ਹਨ। ਐਸੇ ਗੁਰੂ ਜੀ ਮੇਰੀ ਸਹਾਇਤਾ ਕਰਨ ਤਾਂ ਜੋ ਮੈਨੂੰ ਇਸ ਗ੍ਰੰਥ ਦੀ ਰਚਨਾ ਵਿੱਚ ਕੋਈ ਵਿਘਨ ਨਾ ਪਵੇ। ਇਹ ਕਵੀ ਮਹਾਰਾਜ ਜੀ ਨੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕੀਤੀ ਹੈ, ਸੱਚਾ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ। ਹੇ ਕਰੁਣਾ ਦੇ ਨਿਧ, ਕਿਰਪਾ ਕਰਨਾ ਮਿਹਰ ਕਰਨਾ ਦਇਆ। ਹੇ ਕਿਰਪਾ ਦੇ ਨਿਧ ਕਹੀਏ ਸਮੁੰਦਰ, ਮਿਹਰ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਜਿਹੜੇ ਪਦ ਮੰਜ਼ਲ, ਜਿਹੜੇ ਤੁਹਾਡੇ ਉੱਜਲ ਚਰਨ ਹੈ ਨਾ, ਬੰਦਤ ਹੋ ਮੈਂ ਹਮੇਸ਼ਾ ਨਮਸਕਾਰ ਕਰਦਾ ਹਾਂ।
ਮਮ ਨੀਤ ਸੁਹਾਏ, ਜੋ ਮੇਰੇ ਹਮੇਸ਼ਾ ਸਹਾਇਕ ਹਨ, ਮਦਦਗਾਰ ਹਨ। ਅਤੇ ਮਮ ਨੀਤ ਸਹਾਏ, ਮੇਰੀ ਸਦਾ ਤੁਸੀਂ ਸਹਾਇਤਾ ਕਰੋ, ਤਾਂ ਜੋ ਮੈਂ ਇਹ ਗ੍ਰੰਥ ਦੀ ਰਚਨਾ ਕਰਾਂ, ਵਿੱਚ ਕੋਈ ਵੀ ਵਿਘਨ ਨਾ ਪਵੇ। ਇਸ ਤਰ੍ਹਾਂ ਕਵੀ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਵੀ ਕੀਤਾ ਹੈ। ਹੁਣ ਸਮਾਂ ਕਾਫੀ ਉੱਪਰ ਜਾ ਰਿਹਾ, ਇਸ ਕਰਕੇ ਆਪਾਂ ਇੱਥੇ ਸਮਾਪਤੀ ਕਰੀਏ। ਕੱਲ੍ਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਮੰਗਲ ਕਰਾਂਗੇ। ਅੱਗੇ ਫਿਰ ਵਿੱਦਿਆ ਦਾਤੇ ਦਾ ਮੰਗਲ ਕਵੀ ਜੀ ਕਰਨਗੇ। ਫਿਰ ਅੱਗੇ ਜਾ ਕੇ ਰਾਮ ਚੰਦਰ ਭਗਵਾਨ ਦੀ ਫਿਰ ਵਡਿਆਈ ਮਹਿਮਾ ਕਰਨਗੇ, ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।